ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਦੇ ਇੱਥੇ ਲਾਰੈਂਸ ਰੋਡ ਵਿਖੇ ਪਹਿਲਾਂ ਵੀ ਸਾਨੂੰ ਸੇਵਾ ਕਰਨ ਦਾ ਮੌਕਾ ਦਿੱਤਾ ਜਾਂਦਾ ਹੈ। ਮੈਂ ਪ੍ਰਬੰਧਕ ਸੱਜਣਾ ਦਾ ਔਰ ਸੰਗਤਾਂ ਦਾ ਧੰਨਵਾਦੀ ਹਾਂ। ਅਤੇ ਇੱਥੋਂ ਜੋ ਸਾਨੂੰ ਨਾਲ ਇਹ ਉਤਸ਼ਾਹ ਦਿੱਤਾ ਜਾਂਦਾ ਕਿ ਬਾਣੀ ਦਾ ਖੁੱਲ੍ਹ ਕੇ ਪ੍ਰਚਾਰ ਕੀਤਾ ਜਾਏ, ਉਸ ਦਾ ਵੀ ਮੈਂ ਧੰਨਵਾਦੀ ਹਾਂ। ਅਸੀਂ ਆਪਣਾ ਲੜੀਵਾਰ ਇੱਕ ਟੌਪਿਕ ਸਮਝ ਰਹੇ ਹਾਂ। ਸਾਡਾ ਟੌਪਿਕ ਚੱਲ ਰਿਹਾ ਹੈ ਫਰੀਦ ਜੀ ਦੇ ਜਿਹੜੇ 130 ਸ਼ਲੋਕਾਂ ਦਾ ਸੈੱਟ ਹੈ। ਉਹਦੇ 'ਚੋਂ ਅਸੀਂ ਫਰੀਦ ਜੀ ਦੇ 107 ਤੋਂ ਲੈ ਕੇ 113 ਨੰਬਰ ਤੱਕ ਸ਼ਲੋਕ ਨੂੰ ਸਮਝਣ ਦਾ ਯਤਨ ਕਰ ਰਹੇ ਹਾਂ। ਫਰੀਦ ਜੀ ਦੇ ਸ਼ਲੋਕਾਂ 'ਚ ਜੋ ਟਰਮਸ ਯੂਜ਼ ਕੀਤੀਆਂ ਜਾਂਦੀਆਂ, ਜਦੋਂ ਤੱਕ ਅਸੀਂ ਉਹਨਾਂ ਟਰਮਸ ਬਾਰੇ ਕਲੀਅਰ ਨਹੀਂ ਹਾਂ ਤਾਂ ਅਸੀਂ ਆਪਣੇ ਹਿਸਾਬ ਦੇ ਨਾਲ ਅਰਥ ਸਮਝ ਲੈਂਦੇ ਹਾਂ। ਉਹ ਸਾਡੇ 'ਤੇ ਐਪਲੀਕੇਬਲ ਨਹੀਂ ਹੁੰਦੇ ਨੇ ਅਤੇ ਅਸੀਂ ਸੋਚਦੇ ਹਾਂ ਮੇਰੇ ਵਾਸਤੇ ਹੈ ਹੀ ਨਹੀਂ ਨੇ। ਆਪਣੇ 'ਤੇ ਕਿਵੇਂ ਟੁਕਾਈਏ? ਇਹਦੇ ਵਿੱਚ ਕੋਈ ਬਹੁਤਾ ਗਿਆਨ ਨਹੀਂ ਚਾਹੀਦਾ। ਜੇ ਮੈਂ ਕਾਰ ਚਲਾ ਰਿਹਾ ਔਰ ਮੈਂ ਰੋਡ ਸਾਈਨ ਦੇਖ ਰਿਹਾ ਤਾਂ ਇਹਦਾ ਮਤਲਬ ਮੈਂ ਰੋਡ ਸਾਈਨ ਦੇਖ ਕੇ ਆਪਣੀ ਕਾਰ ਚਲਾਉਣੀ ਹੈ। ਤਾਂ ਰੋਡ ਸਾਈਨ ਮੈਂ ਜੇ ਸੋਚਾਂ ਕਿਸੇ ਹੋਰ ਵਾਸਤੇ ਹੈ ਔਰ ਆਪ ਮੈਂ ਗਲਤ ਡਾਇਰੈਕਸ਼ਨ 'ਤੇ ਜਾਵਾਂ ਤਾਂ ਇਹਦਾ ਮਤਲਬ ਮੈਂ ਰੋਡ ਸਾਇੰਸ ਜਦੋਂ ਪੜ੍ਹਦਾ ਤਾਂ ਮੈਂ ਰਿਅਲਾਈਜ਼ ਹੀ ਨਹੀਂ ਕਰ ਰਿਹਾ ਕਿ ਮੈਂ ਜਾ ਗਲਤ ਰਿਹਾ ਅਤੇ ਰੋਡ ਸਾਈਨ ਮੈਂ ਆਪਣੇ ਵਾਸਤੇ ਪੜ੍ਹਨਾ ਹੈ। ਇੰਝ ਹੀ ਸ਼ਬਦ ਦੇ ਵਿੱਚ ਆਈ ਟਰਮਸ ਜਾਂ ਈਡੀਅਮਸ ਜਾਂ ਫਰੇਜ਼ਿਸ, ਜਦੋਂ ਤੱਕ ਅਸੀਂ ਉਹਨਾਂ ਦੇ ਬਾਰੇ ਆਪਣੇ 'ਤੇ ਟੁਕਾ ਕੇ ਆਪਣੇ ਨਾਲ ਰਿਲੇਟ ਕਰਕੇ ਅਰਥਾਂ ਨੂੰ ਸਮਝਦੇ ਵਿਚਾਰਦੇ ਨਹੀਂ ਹਾਂ ਤਾਂ ਸਾਨੂੰ ਐਸਕੇਪਿਜ਼ਮ ਵਾਲਾ ਸੁੱਖ ਮਿਲ ਜਾਂਦਾ ਹੈ ਕਿ ਸਾਡੇ 'ਤੇ ਟੁਕਦੇ ਨਹੀਂ ਨੇ ਔਰ ਮੇਰੇ 'ਤੇ ਅਪਲਾਈ ਹੁੰਦੇ ਨਹੀਂ ਨੇ ਅਤੇ ਅਸੀਂ ਆਪਣੇ ਜੀਵਨ ਵਿੱਚ ਕੋਈ ਬਦਲਾਹਟ ਨਹੀਂ ਲਿਆ ਪਾਉਂਦੇ ਹਾਂ। ਸਾਡੇ ਜੀਵਨ ਵਿੱਚ ਕੋਈ ਚੇਂਜ ਨਹੀਂ ਆਉਂਦੀ ਹੈ। ਇਸ ਕਰਕੇ ਅਸੀਂ ਆਪਣਾ ਜਿਹੜਾ ਸ਼ਲੋਕ ਹੈ ਉਸ ਸ਼ਲੋਕ ਨੂੰ ਸਮਝਣ ਵਾਸਤੇ ਲੜੀਵਾਰ ਜਿਹੜਾ ਉਹ ਚੈਪਟਰ ਹੈ ਉਸ ਦੇ ਜਿਹੜੇ ਕੁਝ ਸ਼ਲੋਕ ਨੇ ਪਿਛਲੇ 3 ਦਿਨਾਂ ਤੋਂ ਅਸੀਂ ਸਮਝ ਰਹੇ ਹਾਂ। ਕੱਲ੍ਹ ਜਿਹੜਾ ਬੀਤ ਗਿਆ ਸਾਕੇਤ ਅਤੇ ਉਸ ਤੋਂ ਪਹਿਲਾਂ ਪਿਛਲਾ ਸੈਟਰਡੇ ਔਰ ਸੰਡੇ ਹਰੀਨਗਰ, ਅਸੀਂ ਆਪਣਾ ਲੜੀਵਾਰ 107, 108 ਅਤੇ 109 ਨੰਬਰ ਸ਼ਲੋਕ ਵਿਚਾਰਨ ਤੱਕ ਅੱਗੇ ਵਧੇ ਹਾਂ। ਨਾਲ ਅਸੀਂ ਪਿਛਲਾ 106 ਔਰ 105 ਨੰਬਰ ਸ਼ਲੋਕ ਵੀ ਸਮਝਣ ਦਾ ਯਤਨ ਕੀਤਾ ਕਿ ਸਿੰਪਟਮਸ ਕੀ ਨੇ, ਮੇਰੇ 'ਤੇ ਕਿਵੇਂ ਟੁਕਦੇ ਨੇ। ਤਾਂ ਅਸੀਂ ਅੱਜ ਆਪਣਾ ਸ਼ਲੋਕ ਪਹਿਲਾਂ ਗਾਇਨ ਕਰ ਲਈਏ ਜੋ ਸਾਡਾ ਮੇਨ ਚੈਪਟਰ ਹੈ, ਜੋ ਸਾਡੀ ਮੇਨ ਟਾਸਕ ਹੈ। ਸਾਡੀ ਮੇਨ ਟਾਸਕ ਕੀ ਹੈ? ਸਾਨੂੰ ਸ਼ਲੋਕ ਵਿੱਚ ਦੱਸਿਆ ਜਾ ਰਿਹਾ ਕਿ ਤੂੰ ਸੁੱਤਾ ਹੋਇਆ। ਸਾਨੂੰ ਸ਼ਲੋਕ ਵਿੱਚ ਦੱਸਿਆ ਜਾ ਰਿਹਾ ਤੂੰ ਸੁੱਤਾ ਹੋਇਆ ਈਕੁਅਲ ਟੂ ਮੋਇਆ ਹੋਇਆ, ਤੂੰ ਜ਼ਿੰਦਾ ਨਹੀਂ ਹੈ, ਤੂੰ ਟੁਰਦਾ ਫਿਰਦਾ ਲਾਸ਼ ਹੈ ਕਿਉਂਕਿ ਤੂੰ ਸੁੱਤਾ ਹੋਇਆ। ਸਾਡੀ ਟਾਸਕ, ਸਾਡਾ ਟੌਪਿਕ ਜੋ ਅਸੀਂ ਪੂਰਾ ਸਮਝਣਾ ਚਾਹੁੰਦੇ ਹਾਂ ਉਹ ਇਹ ਕਹਿੰਦਾ ਹੈ ਕਿ ਸੁੱਤਾ ਜੇ ਮੈਂ ਹਾਂ ਮੈਨੂੰ ਜੇ ਰਿਲਾਈਜ਼ ਹੋ ਜਾਏ, ਬਿਮਾਰ ਜੇ ਮੈਂ ਹਾਂ ਮੈਨੂੰ ਜੇ ਰਿਲਾਈਜ਼ ਹੋ ਜਾਏ ਤਾਂ ਮੈਂ ਠੀਕ ਕਿਵੇਂ ਹੋਣਾ ਹੈ। ਸੁੱਤਾ ਜੇ ਮੈਂ ਹਾਂ ਤਾਂ ਮੈਂ ਜਾਗਣਾ ਕਿਵੇਂ ਹੈ। ਜਾਗ ਪਵਾਂ ਤਾਂ ਮੈਂ ਜਿਉਂਦਾ ਹਾਂ, ਵਰਨਾ ਮੈਂ ਸੁੱਤਾ ਈਕੁਅਲ ਟੂ ਮੋਇਆ ਹੋਇਆ। ਆਪਣੇ ਟੌਪਿਕ ਦੇ ਵਾਸਤੇ ਅਸੀਂ ਬਾਰ-ਬਾਰ ਰੋਜ਼ ਆਪਣਾ ਮੇਨ ਜਿਹੜਾ ਸ਼ਲੋਕ ਹੈ ਜਿਸ ਦਾ ਨਾਮ ਮੈਂ ਰੱਖ ਰਿਹਾ ਪੰਚ ਲਾਈਨ, ਉਹ ਬਾਰ-ਬਾਰ ਅਸੀਂ ਗਾਇਨ ਕਰਦੇ ਹਾਂ, ਹਰ ਰੋਜ਼ ਗਾਇਨ ਕਰਦੇ ਹਾਂ। ਲੜੀ ਜੋੜਨ ਵਾਸਤੇ ਮੈਂ ਥੋੜ੍ਹਾ ਜਿਹਾ ਛੇਤੀ ਰੀਕੈਪ ਕਰਾਂਗਾ ਗਾਇਕੀ ਤੋਂ ਬਾਅਦ ਅਤੇ ਆਪਣੇ ਅੱਜ ਦੇ ਟੌਪਿਕ 'ਤੇ ਪਹੁੰਚਾਂਗਾ ਕਿ ਅਸੀਂ 109 ਨੰਬਰ ਤੱਕ ਸ਼ਲੋਕ ਤੱਕ ਵਿਚਾਰ ਕਰਕੇ ਅਸੀਂ ਅਗਲਾ 110 ਅਤੇ 111 ਨੰਬਰ ਤੱਕ ਸ਼ਲੋਕ ਜਾਣ ਦੀ ਕੋਸ਼ਿਸ਼ ਕਰਾਂਗੇ।
सो आओ पहला सारे रल के गायन करते हैं। फरीदा पिछल रात ना जागे ओए पिछल रात ना जागे ओए जीवंदड़ो मोयो जीवंदड़ो मोयो पिछल ना जागे फरीदा पिछल रात ना जागे ओए जे तै रब विसारिया जे तै रब जे तै रब विसारिया ता रब ना विसरियो ता रब ना विसरियो ता रब ना विसरियो पिछल रात ना जाग फरीदा पिछल रात ना जागे जे तै रब विसारिया जे तै रब ता रब ना विसरियो ता रब ना विसरियो पिछल रात ना जागे ओए फरी
ਦਾ ਪਿੱਛ ਨਾ ਜਾਗ ਜੀਵੰਦੜੋ ਪਿਛਲ ਪਿਛਲ ਰਾਤ ਪਿਛਲ ਰਾਤ ਪਿਛਲ ਰਾਤ ਨਾ ਜਾਗੇ ਪਿਆਰੀ ਸਾਧ ਸੰਗਤ ਜੀ, ਅਸੀਂ ਆਪਣੇ ਟੌਪਿਕ ਨੂੰ ਸਮਝਣ ਵਾਸਤੇ ਇਹ ਵਾਲਾ ਸ਼ਲੋਕ ਪਿਕਅਪ ਕੀਤਾ। ਸ਼ਲੋਕ ਦੀਆਂ ਟਰਮਸ ਬਹੁਤ ਸਿੰਪਲ ਨੇ, ਲੇਕਿਨ ਸਾਨੂੰ ਮਿਸਅੰਡਰਸਟੂਡ ਨੇ ਸਾਡੀ ਇਗਨੋਰੈਂਸ ਕਰਕੇ, ਜਿਸ ਨੂੰ ਕਹਿੰਦੇ ਨੇ ਵੀ ਮੈਂ ਸਮਝਣਾ ਸਿੱਖਣਾ ਚਾਹੁੰਦਾ ਹੀ ਨਹੀਂ ਹਾਂ, ਕਿਉਂਕਿ ਮੈਂ ਠੀਕ ਹੋਣਾ ਹੀ ਨਹੀਂ ਚਾਹੁੰਦਾ, ਕਿਉਂਕਿ ਮੈਨੂੰ ਭੁਲੇਖਾ ਹੈ ਕਿ ਮੈਨੂੰ ਸਭ ਕੁਝ ਪਤਾ ਹੈ, ਕਿਉਂਕਿ ਮੈਂ ਸਮਝਦਾ ਆਈ ਐਮ ਆਲਰੇਡੀ ਸ਼ਰੀਫ, ਕਿਉਂਕਿ ਮੈਂ ਸਮਝਦਾ ਆਈ ਐਮ ਆਲਰੇਡੀ ਗੁਰਮੁਖ, ਕਿਉਂਕਿ ਮੈਂ ਸਮਝਦਾ ਕਿ ਮੈਂ ਤੇ ਧਰਮੀ ਕਰਮੀ ਹਾਂ। ਸਵੇਰੇ ਉੱਠਣਾ ਚਾਹੀਦਾ ਮੈਂ ਉੱਠਦਾ, ਪਾਠ ਕਰਨਾ ਚਾਹੀਦਾ ਮੈਂ ਕਰਦਾ, ਨਹਾਉਣਾ ਚਾਹੀਦਾ ਮੈਂ ਨਹਾਉਂਦਾ, ਨਿਤਨੇਮ ਕਰਨਾ ਚਾਹੀਦਾ ਮੈਂ ਕਰਦਾ ਹੀ ਹਾਂ, ਗੁਰਦੁਆਰੇ ਜਾਣਾ ਚਾਹੀਦਾ ਮੈਂ ਜਾਂਦਾ ਹੀ ਹਾਂ, ਕੀਰਤਨ ਸੁਣਨਾ ਚਾਹੀਦਾ ਮੈਂ TV ਲਾ ਲੈਂਦਾ, ਆਸ ਦੀ ਵਾਰ ਆ ਰਹੀ ਹੁੰਦੀ ਹੈ। ਇਸ ਤਰ੍ਹਾਂ ਸਭ ਕੁਝ ਕਰਕੇ ਮੇਰੇ ਵਾਸਤੇ ਤਾਂ ਅਪਲਾਈ ਹੀ ਨਹੀਂ ਹੁੰਦਾ। ਮੈਨੂੰ ਕੁਝ ਸਮਝਣ ਦਾ ਸ਼ੌਂਕ ਹੈ ਹੀ ਨਹੀਂ ਹੈ। ਇਸ ਕਰਕੇ ਜਿਹੜਾ ਅਸੀਂ ਸ਼ਲੋਕ ਗਾਇਨ ਕੀਤਾ, ਸ਼ਲੋਕ 107 ਨੰਬਰ ਹੈ, ਔਰ ਸ਼ਲੋਕ ਦੇ ਸਿੰਪਲ ਮੈਨੇ ਜਿਹੜੇ ਅਸੀਂ ਬਾਰ-ਬਾਰ ਹਰ ਰੋਜ਼ ਡਿਸਕਸ ਕੀਤੇ ਨੇ ਕਿ ਸਿੰਪਲ ਮੈਨੇ, ਜਿਨ੍ਹਾਂ ਦਾ ਨਾਂ ਅਸੀਂ ਰੱਖਿਆ ਲਿਟਰਲ ਮੀਨਿੰਗਸ। ਲਿਟਰਲ ਮੀਨਿੰਗਸ, ਪਿਛਲ ਰਾਤ ਨਾ ਜਾਗਿਓਏ, ਓਏ ਭੁਪਿੰਦਰ ਸਿੰਘ ਤੂੰ ਜੇ ਪਿਛਲੀ ਰਾਤ ਨਹੀਂ ਜਾਗਿਆ। ਪਿਛਲ ਰਾਤ ਦਾ ਮੈਨਾ ਅਸੀਂ ਕੀ ਸਮਝਾਇਆ? ਕਈਆਂ ਨੇ 2 ਵਜੇ ਸਮਝਾਇਆ, ਕਈਆਂ ਨੇ 3 ਵਜੇ ਸਮਝਾਇਆ, ਕਈਆਂ ਨੇ 4 ਵਜੇ ਸਮਝਾਇਆ, ਕਈਆਂ ਨੇ 5 ਵਜੇ ਸਮਝਾਇਆ, ਔਰ ਉਹਦਾ ਨਾਂ ਉਹਨਾਂ ਨੇ ਅੰਮ੍ਰਿਤ ਵੇਲਾ ਰੱਖਿਆ ਹੋਇਆ। ਪਿਛਲ ਰਾਤ ਨਾ ਜਾਗਿਓ ਏ, ਜੀਵ ਅੰਦੜੋਂ ਮੋਇਓ ਏ, ਤੂੰ ਜੀਂਦਾ ਨਹੀਂ ਹੈ, ਤੂੰ ਮਰਿਆ ਹੋਇਆ। ਜੇ ਤੈਂ ਰੱਬ ਵਿਸਾਰਿਆ, ਜੇ ਤੂੰ ਰੱਬ ਨੂੰ ਵਿਸਾਰਦਾ ਹੈ ਤਾਂ ਰੱਬ ਨਾ ਵਿਸਰਿਓ ਏ। ਅਸੀਂ ਸਮਝਦੇ ਹਾਂ ਕਿ ਜੇ ਤੂੰ ਰੱਬ ਨੂੰ ਵਿਸਾਰਦਾ ਹੈ ਤਾਂ ਦੇਖ ਰੱਬ ਤੈਨੂੰ ਨਹੀਂ ਵਿਸਾਰਦਾ ਹੈ, ਰੱਬ ਤੇਰੇ 'ਤੇ ਕੈਮਰੇ ਲਾ ਕੇ ਬੈਠਾ ਹੋਇਆ। ਔਰ ਕਿੱਥੇ ਬੈਠਾ ਹੋਇਆ? ਅਸੀਂ ਸਮਝਦੇ ਹਾਂ ਉੱਪਰ। ਅਸੀਂ ਕਿਉਂ ਸਮਝਦੇ ਹਾਂ ਉੱਪਰ? ਕਿਉਂਕਿ ਅਸੀਂ ਹਜ਼ਾਰਾਂ ਸਾਲਾਂ ਤੋਂ ਸੁਣਿਆ ਕੋਈ ਰੱਬ ਅਸਮਾਨ 'ਤੇ ਰਹਿੰਦਾ ਹੈ। ਕਦੇ ਕਦਾਈ ਜਦੋਂ ਜ਼ੁਲਮ ਹੁੰਦੇ ਨੇ ਤਾਂ ਉਹ ਮਨੁੱਖ ਦਾ ਅਵਤਾਰ ਧਾਰ ਕੇ ਮਨੁੱਖ ਰੂਪ ਵਿੱਚ ਧਰਤੀ 'ਤੇ ਆ ਜਾਂਦਾ ਹੈ। ਅਸੀਂ ਇਸ ਕਿਸਮ ਦਾ ਰੱਬ ਸੁਣਿਆ ਹੋਇਆ। ਗੁਰਬਾਣੀ ਅਨੁਸਾਰ ਸਾਨੂੰ ਉਹਨੇ ਰੱਬ ਹੀ ਨਹੀਂ ਸਮਝ ਆਇਆ। ਇਹਦਾ ਮਤਲਬ ਅਸੀਂ ਇੱਕ ਰੱਬ ਅਸਮਾਨ 'ਤੇ ਸਮਝਿਆ ਹੋਇਆ, ਔਰ ਅਸੀਂ ਇਹ ਸਮਝ ਰਹੇ ਹਾਂ ਕਿ ਉਹ ਰੱਬ ਲਿਸਟ ਬਣਾਉਂਦਾ ਰਹਿੰਦਾ ਹੈ। ਤੁਸੀਂ ਚੰਗਾ ਕਰਦੇ ਹੋ ਤਾਂ ਤੁਹਾਨੂੰ ਸਵਰਗ ਭੇਜਦਾ, ਮੰਦਾ ਕਰਦੇ ਹੋ ਤਾਂ ਤੁਹਾਡੀ ਲਿਸਟ ਮੁਤਾਬਕ ਤੁਹਾਨੂੰ ਜੰਮ ਭੇਜਦਾ, ਉਹ ਤੁਹਾਨੂੰ ਘਸੀਟ ਕੇ ਲੈ ਜਾਂਦੇ ਨੇ ਔਰ ਤੁਹਾਨੂੰ ਨਰਕਾਂ 'ਚ ਸੁੱਟ ਦਿੰਦੇ ਨੇ। ਇਸ ਕਿਸਮ ਦਾ ਅਸੀਂ ਰੱਬ ਸਮਝਿਆ ਹੋਇਆ।
ਤੇ ਜੇ ਤੈਂ ਰੱਬ ਵਿਸਾਰਿਆ ਤਾਂ ਰੱਬ ਨਾ ਵਿਸਰੇ ਹੋਏ। ਦੇਖ ਰੱਬ ਤੈਨੂੰ ਦੇਖਦਾ ਪਿਆ ਔਰ ਫਿਰ ਤੂੰ ਦੇਖ। ਅੱਛਾ, ਸਾਨੂੰ ਬਿਲਕੁਲ ਕਦੇ ਖਿਆਲ ਆਉਂਦਾ ਹੀ ਨਹੀਂ ਕਿ ਮੇਰੇ ਅੰਦਰ ਵੀ ਹੈ। ਇਹ ਖਿਆਲ ਆਉਂਦਾ ਹੀ ਨਹੀਂ ਹੈ ਕਿਉਂਕਿ ਇਸ ਦੀ ਵਿਚਾਰ ਕੀਤੀ ਹੀ ਨਹੀਂ ਜਾਂਦੀ। ਹੈ ਹਦੂਰ कत दूर बताओ। अजी मेरे को दूर दूर क्यों बता रहे हो? नेड़े है, नेड़ा है दूर ना ही रहे। जल थल मैयल रहा भरपूर निकट वस है ना ही प्रभ दूर। तेरे अंदर वसदा फरीदा जंगल जंगल क्या भावें वणकंडा मोड़े वसी रब हयाली है। अजी भुपिंदर सिंह जी तुम्हारे अंदर रहता है भगवान, रब तेरे अंदर रहिंदा है। जंगल क्या ढूंढे? तू बाहर की लभना है, बाहर वाले रब दियां गल्लां करदा रहिंदा है। दैट्स वाई यू डू नॉट रियलाइज कि मेरे नाल है। जी वंदड़ो मोए होए कदों आखां जीवां विसरै मर जाऊं। ते असी रोज़ ये गल डिस्कस कीती है। असी नहीं मरे ना। पिछे जदों कोविड होया सानू पता लगा जिन्हां दी ऑक्सीजन लैवल घट गया सी, वो वेंटीलेटर ते गए सी, वो मर गए ने। या मेरे घर दे फलाना मैंबर मर गया है, मैं तो मेरी ऑक्सीजन नबस ठीक है, मैं तो जिंदा। पढ़ता मैं रोज़ आखा जीवा विसरै मर जाऊं। ਇਹਦਾ मतलब ਮੈਨੂੰ याद है कि मैं जिंदा हाँ? नहीं। जे मैनू विसर ही जाता है, पल पल हर रोज़ विसर जाता है, फिर मैं किवें मोया होया? क्योंकि मैं तो अपने आप को दस लिया भी मैं तो नहीं मरिया। साध संगत जी जदों इस तरीके दे नाल विचार के देखांगे ना तो उहदे लिटरल वो मीनिंग नहीं ने। पिछल रात दा महीना हुंदा है तेरी हुण तक दी बीती हुई पिछली जिंदगी। इसे जीवन विच नॉट सो कार्ड मेरे शरीरक जन्म तो लैना पिछले वाली कुत्ता बिल्ली सप वाली जिहड़ी सो कार्ड थ्योरी चलती है। इसे जन्म विच तेरी जिहड़ी पिछली जिंदगी बीत रही है ना, हुण तक जितनी बीती है, इनू पिछल रात कहते हैं। यह जिहड़ी अज राती घड़ी के मुताबक हनेरे वेले 12 बजे तो बाद वाला 2 बजे या 3 बजे या 4 बजे उन्होंने पिछल रात नहीं कहते ने। प्राणी तू आयो लाहा लैन लगा कित कुफकड़े सब मुकदी चली रैन। तेरी सारी जिंदगी जिंदगी नू रैन कहते हैं। ते तू अपनी रैन विच सुत्ता ही होया। पिछल रात ना जागे होए। साडी जिंदगी सुत्या ही बीतती है। सुत्या मीन्स अनफोकस्ड। मैं सुरत करके सुता होया, मेरी सुरत जागी ही नहीं है। मेरी सुरत मत मर गई है, मेरी सुरत मत बुद्ध मर गई है। क्यों? क्योंकि मेरा हीरो जड़ा है, मेरा कंत जड़ा, मेरा साहिब है, मेरी बॉडी का जड़ा राजा है, वो सुता हुआ है। मन सुता है। इनू असी रोज़ पढ़िया है। नैनो नींद पर दृष्ट विकार श्रवण सोए सुन निंद विचार रसना सोई लोभ मीठे सार मन सोया माया बिस्मा मन सोया माया बिस्मा। इस ग्रह में कोई जागत रहे, कोई जागत साबत बस हो अपनी लह। जे कोई अपने इस ग्रह कार दे अंदर जागदा है तां ओनू कहंदे ने मन। जिसदा मन जागदा है वो अंदर वसदे रब जी दी मत नू प्राप्त करदा, ओनू कहंदे ने साबत वस्त। वो अपनी लह है, ही गेट्स द रिवार्ड। रिवार्ड की है? वो पातशाह बन जाता है, 100 पातशाह बन जाता है। वो एत खजाना ले रहा लिया रलाई दा शाह बन जाता है। वरना दुनियावी तौर ते
ਮੰਦੇ ਖਿਆਲਾਂ ਕਰਕੇ ਸਾਡੇ ਕੋਲ ਸਭ ਕੁਝ ਹੈ, ਪਰ ਅਸੀਂ सगल श्रेष्ठ को राजा दुखिया। डे बाई डे साढ़े को सारी लग्जरी और सब कुछ आई जा रहा है, दुखी असी बहुत हाँ। अच्छा सृष्टि असी बारली समझते सी, सगल श्रेष्ठ को राजा दुखिया। जे बारली सृष्टि की गल चली है, बारली सृष्टि का राजा तो रब जी है, तो फिर रब जी दुखी ने कोई। लो जी, सगल श्रेष्ठ को राजा दुखिया, हर का नाम जपत, रब जी हर का नाम जपया करो, होए सुख जपत होए सुखिया, तुसी सुखी हो जाओगे। रब जी नूं नहीं कह रहे, मैनू कह रहे, मेरे अंदर दी कोई सृष्टि की गल चल रही है। सगल सृष्टि को राजा दुखिया, मेरी अंदर दी सृष्टि वास्ते जदों मेरा राजा मन सौ जाता है ना, उन्होंने अनअवेयरनैस कहते हैं, सुरत करके सुत्ता होया। जदों सुत्ता होया ना, उन्होंने की कहते हैं बाणी के अंदर, उन्होंने बाणी अंदर कहते हैं नरपत एक सिंघासन सोया, सुपने पिया भिखारी। नरपत किनू कहते? राजे नू। मेरा मन सुत्ता होया। तुसी किस जेंडर दे हो दी नहीं गल चल रही, स्त्री हो मर्द हो, छोटा हो बड़ा हो, अमीर हो गरीब हो, किस मजहब दे हो, किस कंट्री च रहते हो, केड़े स्टेटस दे हो, नहीं गल चल रही। जिसका मन सुत्ता हुआ है उन्होंने कहते ने सगल सृष्टि को राजा, उदा नरपत एक सिंघासन सोया, सुपने पिया भिखारी। बिल्कुल भिखारी, चंगे गुणे दे कोल है ही नहीं ने, चंगे गुणों का खजाना नहीं है, फक्कड़ है, पॉपरमैन है। जदों जदों असी बाणी नूं अपने ते टुका के पढ़ते जाते हैं तो मेरे मन की गल की जा रही है और मेरे मन नूं समझाया जा रहा है, ओए मेरे मन, तू जे जागदा नहीं है, पिछल रात ना जाग्यो है। मैं तो शरीर करके राती 2 बजे जाग्या सी, या 3 बजे जाग्या सी, या 4 बजे जाग्या सी, या 5 बजे जाग्या सी। बार बार मैं 1 घंटे नहीं बोलांगा, जिन्हां दा नां 100 कार्ड अमृत वेला रखा होया। सवेरे उठना, अमृत वेले उठना मशहूर है, माड़ी गल नहीं है, अच्छी गल है, लेकिन दैट डजंट सर्व द पर्पस अनलैस मैं अपनी जिंदगी दे हर पल जागदा रवां, अनलैस मैं अपनी जिंदगी दे हर पल नूं अमृत वेला बना सकां। जे मैं सवेरे जागया, बाकी सारा दिन मैं दुखी रवां, झूठ मैं बोलां, निंदा मैं करां, बैक बाइटिंग मैं करां, स्टैबिंग मैं करां, मंदे ख्यालों के नाल मैं जींदा रवां, गल गल ते क्रोध मैनूं चढ़दा, अपसैट मैं हुंदा, दुनिया मेरे मुताबिक नहीं चलती, मैं डिस्टर्ब हो जाता। मेरा फिर अमृत वेला वो किधर गया? उस आज अमृत वेले आनंद बड़ा आया, कित्थे गया? फिर रिया क्यों नहीं, पकड़िया क्यों नहीं, सस्टेन क्यों नहीं किया? वाई डोंट यू स्टे हीयर? ਇਹਦਾ मतलब गल चल रही है, तू सुता है मेरे मन, पिछल रात ना जाग्यो है, एज इफ तू मर गया, तू जिंदा नहीं है। मत जानो जग जीवदा दूजे पाए मुयास, तू मोया होया। आखां जिवां विसरै मर जाओ, तू मरिया होया। जदों मरे की निशानी होंदी है, उहदे की सिम्पटम्स होंदे ने? उहदे सिम्पटम्स होंदे ने नानक जित वेला विसरै मेरा स्वामी, तित वेला मर जाए जियो मेरा। उसी वेले जो ही मैं सच नूं इग्नोर करदा हाँ, उसी वेले मर जाता है मेरा मन। मेरा मन जदों मर जाता है ना, मानो वो सुत्ता होया मर गया, इस दे कारण मेरे सारे अंग सौ जाते हैं, सारे अंगां नूं बिहेव करना ही नहीं आता। साडे घरां विच एक बच्चा जदों मंदा काम करता है ना, तो माँ प्यो कई बार ये भी कह देंगे ने, इस नाल तू निज ना जमदा, पर कई बार कहते हैं इस नाल तो मर ही जाता। क्यों कहते हैं इंज? बिकॉज ही हैज़ डन समथिंग रॉन्ग। एथिक्स, आइडियल्स, वर्च्यूज़, चंगे गुणां नाल जी नहीं रहा, तां ही माँ प्यो नूं कहना पिया ना, चंगे चंगे होए तां साडे वर्गा पुत्तर हर घर विच होवे, रब सारियां मावां नूं तेरे वर्गा पुत्तर देवे, इंज कहंदे ना। दैट मीनस जदों चंगे गुणां नूं असीं विसारदे हाँ, साडे चंगे गुणां नूं विसारन सार मानो विसारन दे वेले मैं सुत्ता सी, मानो मैं मर गया, पिछल रात ना जागे होए, जीव अंदरों मोए होए। जे ते रब विसारिया,
ਜੇ ਤੂੰ ਐਥਿਕਸ ਨੂੰ, ਚੰਗੇ ਗੁਣਾਂ ਨੂੰ, ਲਾਜ਼ ਆਫ ਨੇਚਰ ਨੂੰ ਵਿਸਾਰਿਆ, ਟਰੂਥਫੁਲ ਲਿਵਿੰਗ ਨੂੰ ਤਿਲਾਂਜਲੀ ਦਿੱਤੀ, ਜੇ ਤੂੰ ਚੰਗੇ ਗੁਣਾਂ ਨੂੰ ਵਿਸਾਰਿਆ ਨਾ, ਤਾਂ ਰੱਬ ਨਾ ਵਿਸਰੇ ਹੋਏ। ਤਾਂ ਜਿਹੜੇ ਲਾਜ਼ ਆਫ ਨੇਚਰ ਨੇ ਨਾ, ਉਹਨਾਂ ਨੂੰ ਤੂੰ ਇਗਨੋਰ ਨਹੀਂ ਕਰ ਸਕਦਾ। ਉਹਨੂੰ ਕਹਿੰਦੇ ਨੇ ਹੁਕਮ ਅੰਦਰ ਸਭ ਕੋ, ਬਾਹਰ ਹੁਕਮ ਨਾ ਕੋਈ। ਤੂੰ ਹੁਕਮ ਤੋਂ ਬਾਹਰ ਨਹੀਂ ਜਾ ਸਕਦਾ, ਆਪਣੀ ਮਨ ਮਰਜ਼ੀ ਨਹੀਂ ਕਰ ਸਕਦਾ। ਮਨ ਮਰਜ਼ੀ ਤੂੰ ਕਰਦਾ ਹੈ, ਹੁੰਦਾ ਤੂੰ ਦੁਖੀ ਹੈ। ਸੋ ਅਸੀਂ ਪਹਿਲੇ ਦਿਨ ਇਹ ਸਮਝਿਆ ਕਿ ਮੇਰੇ ਸਿੰਪਟਮਸ ਕੀ ਨੇ, ਤਾਂ ਅਸੀਂ 105 ਨੰਬਰ ਸ਼ਲੋਕ ਸਮਝਿਆ। ਇਹ ਮੈਂ ਰੀਕੈਪ ਕਰ ਰਿਹਾ ਤਾਂ ਕਿ ਤੁਸੀਂ ਮੇਰੇ ਨਾਲ ਅੱਗੇ ਟੁਰ ਸਕੋ। ਪਹਿਲੇ ਦਿਨ ਅਸੀਂ 105 ਨੰਬਰ ਸ਼ਲੋਕ ਸਮਝਿਆ। ਫਰੀਦਾ ਗਰਭ ਜਿਨ੍ਹਾਂ ਵਡਿਆਈਆਂ ਧਨ ਜੋਬਨ ਆਗਾਹ। ਜਿਨ੍ਹਾਂ ਨੂੰ ਹੰਕਾਰ ਹੈ ਨਾ, ਮੈਨੂੰ ਸਭ ਕੁਝ ਪਤਾ ਹੈ। ਗਰਭ ਜਿਨ੍ਹਾਂ ਵਡਿਆਈਆਂ ਧਨ ਜੋਬਨ ਆਗਾਹ, ਖਾਲੀ ਚੱਲੇ ਧਣੀ ਸਿਉ ਟਿੱਬੇ ਜਿਉ ਮੀਆਂ। ਟਿੱਬੇ ਇੰਝ ਹੁੰਦੇ ਨੇ, ਬਾਰਿਸ਼ ਪੈਂਦੀ ਹੈ ਥੱਲੇ ਚਲੀ ਜਾਂਦੀ ਹੈ। ਬਾਰਿਸ਼ ਉਹਨਾਂ 'ਤੇ ਪੈਂਦੀ ਹੀ ਨਹੀਂ, ਪਰ ਗੁਰਪ੍ਰਸਾਦ ਦੀ ਬਾਰਿਸ਼ ਤੇ ਸਭ ਜਗ੍ਹਾ ਹੋ ਰਹੀ ਹੈ। ਮੈਂ ਆਪਣਾ ਭਾਂਡਾ ਇੰਝ ਨਹੀਂ ਕੀਤਾ ਹੋਇਆ, ਮੈਂ ਟਿੱਬੇ ਵਾਂਗੂ ਆਕੜਿਆ ਹੰਕਾਰਿਆ ਹੋਇਆ। ਕਿਉਂ? ਮਨ ਜਾਣੈ ਸਭ ਬਾਤ ਕਬੀਰ, ਮਨ ਜਾਣੈ ਜਾਨਤ ਹੀ ਔਗੁਣ ਕਰੈ, ਜਾਨਤ ਹੀ ਔਗੁਣ ਕਾहे की कुशला। तू कुशल नहीं हो सकता, सुखी नहीं हो सकता। काहे की कुशला हाथ दीप कुएं पर, हाथ दीप कुएं पर, मन जाने सब बात। ਜਦੋਂ ਭੁਲੇਖਾ ਪੈ ਜਾਏ ਨਾ, ਮੈਨੂੰ ਸਭ ਕੁਝ ਪਤਾ ਹੈ। ਗਰਭ ਜਿਨ੍ਹਾਂ ਵਡਿਆਈਆਂ ਧਨ ਜੋਬਨ ਆਗਾਹ, ਉਹ ਟਿੱਬੇ ਬਣ ਜਾਂਦੇ ਨੇ, ਹੰਕਾਰੇ ਹੋਏ ਟਿੱਬੇ। ਗਰਭ ਜਿਨ੍ਹਾਂ ਵਡਿਆਈਆਂ ਧਨ ਜੋਬਨ ਆਗਾਹ, ਮਨ ਜਾਣੇ ਸਭ ਬਾਤ। आई नो एवरीथिंग। पापा मम्मी हर टाइम क्या बोलते रहते हो? पाठ करो, सवेरे उठा करो, गुरबाणी जाया करो, बाणी पढ़िया करो, सीखा करो, समझा करो। नहीं, मेरे को नहीं ज़रूरत। कंप्यूटर मेरे को आता है, सेलफोन चलाना आता है, और मेरे को पढ़ाइयाँ सारी आती हैं। मेरे नंबर 96% आते हैं। मेरे इतने सारे फ्रेंड्स हैं, इतने सारे मेरे रोज़ फेसबुक पे दोस्त हैं। मनु की सीखना है, मैचिंग कपड़े पाने आते हैं मनु, परफ्यूम छिड़कनी आती है मनु, सारा कुछ तो मैनू आंदा है। और तुहाडे कोल रहिंदा सी, तुसीं 2000 या 3000 कमांदे सी, मैनू 2 लाख रुपए महीने मिलते हैं। मैनू तुहाडी कोई मुथाजी नहीं। आई डोंट वांट टू लर्न एनीथिंग। टिब्बे बन गए साध संगत जी। ये तो मैं नौजवान का एग्जाम्पल दे रहा। असी सारे हंकारे हुए टिब्बे ही हाँ, भावें 90-100 साल दे हो जाइए। जीना लंबा चाहते हाँ ते सुत्ते हुए हाँ, पल पल डरन मरन तो डरते हाँ, ते टिब्बे वंगने बने हुए हाँ। जीना नहीं सीख रहे, एक भी बूंद अपने भांडे च पा नहीं रहे। उन्होंने कहते हैं एक बूंद गुर अमृत दीनो ता अटल अमर ना मुआ, फिर तू मरेगा ही नहीं। मनु तो कोविड तो ही डर लग गया सी, हाय मैं मर ना जावां। तू पल पल रोज़ मरना है, लखां वारी मरना है। कोविड तो ना डर, कोविड या जिस तरह भी, एनीवेज शरीरक डेथ खत्म हो जाएगी। सो वट, तेरे मन ने एक जग रचना झूठी बनाई हुई है। जग रचना सब झूठ है तेरे मन दी, ए बाहरली सृष्टि दी नहीं चल रही। बाहर सृष्टि के जिहड़े लॉस चल रहे हैं उन्होंने तू अवॉइड नहीं कर सकता, उन्होंने विच तेरा शरीर खत्म होना ही है। डोंट वरी। तू जिहड़ा पल पल मरदा है ना, उहदे बारे बी अवेयर, जाग समझ, पल पल ना मर। मैं एक बारी एग्जाम्पल दिती सी कि जदों असी अमेरिका तो सोचा कि मैं अपने बच्चे नूं इंडिया पढ़ाना, तो असी उन्होंने इंडिया लैके आए, तो असी उन्होंने स्कूल पाया।
तो वो पहला तो आना नहीं सी चाहती, निक्का बच्चा है, लेकिन थोड़े दिनों बाद कहती पापा मैं स्कूल नहीं जाना। मैं क्या क्यों? कहती स्कूल ना टीचर हर किसी को मारती है, गुस्सा करती है, दूजा बच्चा गलती करता है मैनू खड़ा कर देंदी है, सारी क्लास को पनिश करती है। आई डोंट लाइक दिस सिस्टम। बड़ी मुश्किल उन्होंने पाया। एक दिन कहती है मैं बाहर गली 'च खेडना नहीं है, रजौरी गार्डन। मैं क्यों नहीं खेडना? ਉਹਨਾਂ एक बच्चा आंदा, सारे बच्चे खेड रहे होंगे ने, सब के पैर ते ना साइकिल चाड़ दिंदा है। उन्हें ना एक वर्ड यूज़ किया, पापा पता नहीं उन्होंने की झल पै जाता जो साइकिल चाड़ दिंदा है सारिਆਂ ਦੇ पैर ते। शी यूज दिस वर्ड की झल पै जाता है। सानू जदों झल पैंदा है ਉਹਦੇ बारे सानू पता नहीं है। झल पैंदा मीनस लो मैं हुण मरन लगा, हुण परलों आने वाली जे, मेरी रोटी लेट कर दी, सड़ी हुई दे दी, मेरी मर्जी मुताबक ये नहीं किया, मनु डिले कर दिता, मेरा कहना नहीं मन्निया, एनी काइंड मनु झल पै जाता है। अपना झल पहले ही देख लाइए ना, फिर नहीं मरांगे। झल पैण तो पहला झल नूं देख पाना, अगों देजे चेतीए, कायत मिले सुझाए, देन यू वोंट बी पनिश्ड बाय द डीमन थॉट्स। जम तेन सताएगा नहीं। उसी वेले संभल गए। मैं रेड लाइट क्रॉस करन ही लगा सी, गलियत आदत पई हुई सी, पर सामने पुलिस वाला खड़ा सी और मनु नाल उन्होंने क्या वीर जी सामने कैमरा लगा। मैं एकदम रुक गया, भाई कैमरा भी लगा हुआ, पुलिस वाला भी खड़ा है, रुक गए। झल पैन तो पहला, रेड लाइट क्रॉस करन तो पहला रुक गए, बच गए, शुक्र है। झल पैंदा है, टिब्बे जो मियाँ बने हुए हैं। सो पहले सिम्पटम चैक होया, गर्भ जिन्हां वड्याइयां तांजो बना गा सीरीयल विच शब्द दा बर असी गाया 107। सिम्पटम पिछले चो समझ रहे हैं, गर्भ जिन्हां वड्याइयां तांजो बना गा खाली चले धनी सो टिब्बे जो मियाँ। उस तो अगला श्लोक आया, फरीदा तिन्ना मुख डरावने। असी डरावने बने हो, एक दूजे नूं डराने, जिन्हां भी सारे नाम डरा के रखते हैं ना। प्रबंधक गुरुद्वारे भाई साहब नूं भी डरा के रखते हैं, सेवादार नूं, असीं अपने नौकर नूं, पति नूं, पत्नी नूं, बच्चियां नूं, सब नूं डरा के रखते हैं, मेरे से डर के रहा करो। और एक दूजे नूं दसदे, ओए तू अपनी वोटी नाल प्यार नाल क्यों बोला, मैं तो सब नूं घर डरा के रखा, कुछ दे नहीं, मैं जो ही जाना डरा के। स्केयर क्रो, असीं एक दूजे नूं डरा के, तिन्ना मुख डरावने कदों, जिन्हां भी सारे उन्हां हो। इत्थे दुख घनेरिया अगे ठौर न ठाओ। अगे का मतलब की होंदा है, एक तो तू दुखी रहेगा क्योंकि तू सच तो विछड़ गया, ते तेरा इस पल तो अगला जिहड़ा जीवन है ना, उहदे विच तैनूं निज घर दे दरबार अंदर थां मिल नहीं सकती है। अच्छा मिल भी जाती है, पॉसीबल है। आहा क्या शब्दां दी लड़ी है। फरीद जी ने सानू सिम्पटम समझाया 105 और 107 106 विच 7 नंबर ते मैनू दस दिता, तू इंज तू सुता रहना है, तू सच सुनना नहीं चाहता, सच समझना नहीं चाहता, और अज्ञानता वस तू अपना जीवन जिहड़ा जीवी जा रहा ना, तू जिंदा नहीं है, तू मोया होया है। गल्लां तू बड़ियां करदा, गल्लां उपर तपावस ना होई, विस खाधी तत्काल मर जाए, उसी वेले मर जाना तू। हुण सानू इस श्लोक विच ना समझांदियां ना पता लगा, समझद्या समझद्या पता लगा, साडे नैण जदों निंद्रावले हो जाते ने। नैण निंद्रावले इन्हां नूं नहीं कहते पलकां थोड़ियां थोड़ियां जांदियां ऐ जंज हो जाता नहीं, नैण निंद्रावले जदों साडे हो जाते ने तां कोई गड़बड़ होंदी है। निंद्रावले नैणा करके ना मंदे ख्याल मेरे ते अटैक करते हैं, मंदे ख्यालों के कारण मेरी पल पल मन की मौत होती है, मेरी सुरत मत बुद्ध मारी जाती है, और उहदे विच अल्टीमेटली की होंदा है, मेरे सारे ऑर्गनस नूं अग लग जाती है, तृष्णा की अग सतांदी है। इहदे नाल असीं शब्द पढ़िया, सही पूरे शाह वक्त उपर लड़ मरे। उस शब्द के अंदर असी समझिया कि सबा किनू कहंदे ने। जदों असी वो सारा शब्द समझिया तो उस शब्द चो ना साडे सामने ना 4 गल्लां आईयां। 4 गल्लां किहड़ियां आईयां?
ਲਓ ਜੀ, ਸਭਾ ਹੀ ਸਲਾ ਜਿਨੀ ਧਿਆਇਆ ਇੱਕ ਮਨ। ਜਿਹੜੇ ਸੱਚ ਨਾਲ ਜੁੜ ਜਾਂਦੇ ਨੇ, ਇਹ ਉਹਨਾਂ ਦਾ ਮਿਲਨ ਦਾ, ਸਵੇਰ ਦਾ, ਅੰਮ੍ਰਿਤ ਵੇਲਾ, ਜ਼ਿੰਦਗੀ ਭਰ ਦਾ। ਸਹੀ ਪੂਰੇ ਸ਼ਾਹ ਵਕਤ ਉੱਪਰ ਲੜ ਮੜੇ। ਜਿਉਂ ਹੀ ਝੱਲ ਪੈਣ ਵਾਲਾ ਹੈ, ਉਸ ਤੋਂ ਪਹਿਲਾਂ ਆਪਣੇ ਆਪ ਨੂੰ ਅਲਰਟ ਕੀਤਾ। ਕੁੱਟ ਕੁੱਟ ਮਨ ਕਸਵੱਟੀ ਲਾਵੇ ਕੀਤਾ। ਦੂਜੇ ਬਹੁਤੇ ਰਾਹ ਮਨ ਕੀ ਮੱਤੀ ਖਿੰਡੀਆਂ। ਸੋ ਅਸੀਂ ਇਸ ਤਰ੍ਹਾਂ ਸਮਝਿਆ ਸੀ, ਮੇਰੀ ਜ਼ਿੰਦਗੀ ਦਾ ਪਹਿਲਾ ਪਹਿਰ ਹੈ ਜਦੋਂ ਮੈਂ ਸੱਚ ਨੂੰ ਇਗਨੋਰ ਕੀਤਾ। ਹੁਣ ਅਸੀਂ ਘੜੀ ਵਾਲੀ, ਰਾਤ ਵਾਲੀ, ਮਿਡਨਾਈਟ ਵਾਲੀ, ਸੋ ਕਾਰਡ ਸਵੇਰ ਵਾਲੀ ਉਹ ਟਾਈਮ ਦੀਆਂ ਗੱਲਾਂ ਨਹੀਂ ਕਰ ਰਿਹਾ ਮੈਂ। ਜ਼ਿੰਦਗੀ 'ਚ ਜਿਸ ਪਲ ਮੈਂ ਸੱਚ ਨੂੰ ਇਗਨੋਰ ਕੀਤਾ, ਉਹ ਮੇਰਾ ਜ਼ਿੰਦਗੀ ਦਾ ਪਹਿਲਾ ਪਹਿਰ ਹੈ। ਪਹਿਲਾ ਪਹਿਰ। ਦੂਜਾ ਪਹਿਰ ਕੀ ਹੋਇਆ? ਦੂਜੇ ਬਹੁਤੇ ਰਾਹ ਮਨ ਕੀ ਮੱਤੀ ਖਿੰਡੀਆਂ। ਮੈਂ ਡੁਐਲਿਟੀ ਚਲਾ ਗਿਆ। ਮਨ ਸਮਝ ਹੀ ਨਹੀਂ ਆती, मैं कन्फ्यूज हो गया, इधर जाऊँ कि इधर जाऊँ। कौन? मेरा मन। मेरा मन मैनू मनूवर करता है, मन समझ नहीं आती, आई एम कन्फ्यूज। मुझे नहीं समझ में कुछ आ रहा, डोंट टॉक टू मी, आई एम कन्फ्यूज। अच्छा, दूजा पैर आ गया, डुअलिटी छा गई। बहुते पे असगा गोते खाए ना निकलें, तीजा मुही गिरा भुखा भुख तिखा दोए भौंकियाँ। लो जी, मेरा जिंदगी का तीजा पैर आ गया। मैनू तृष्णा सतांदी है, मैनू लोभ रत सतांदी है। तीजा पैर आ गया। ते चौथा पैर आया। चौथे आई ऊंग। मेरी जिंदगी का चौथा पैर पता की आया? मैं सौ गया सारी उम्र लई। इनू कहते ने पिछल रात ना जागे होए। ਜਿਹੜੇ ਸੌ ਜਾਂਦੇ ਨੇ ਉਹਨਾਂ ਨੂੰ ਕੀ ਕਹਿੰਦੇ ਨੇ? ਜਿੰਨਾ ਨੈਣ ਨੀਂਦਰਾਵਲੇ, ਜਿੰਨਾ ਨੈਣ ਨੀਂਦਰਾਵਲੇ, ਤਿੰਨਾ ਮਿਲਣ ਤਿੰਨਾ ਮਿਲਣ ਕੁਆਓ, ਨੈਣ ਨੀਂਦਰਾਵਲੇ, ਤਿੰਨਾ ਨੈਣ ਨੀਂਦਰਾਵਲੇ। ਫਰੀਦਾ ਰਾਤ ਕਥੂਰੀ ਵਣ, रात कथूरी सुत्या मिले न पाओ, नैण नींदरावले, जिन्ना नैण नींदरावले, तिन्ना मिलण कुआओ, तिन्ना मिलण कुआ। क्यों? क्योंकि नैण नींदरावले, मेरे नैण नींदरावले। मैं हर वेले ऊँग ही रहिंदा। चौथा पहर मेरी जिंदगी का, चौथे आई ऊँग। ये कितने ट्रांसलेशन नहीं लिखी हुई, बाणी नूं पढ़ रहा समझ आ रही है। की होया? अखी मीट पवार गया, अखा बंद मर गया भाई तू। मन समझा दिता है। देख तू किस तरह सुता है, किस तरह तेरी रात बीत रही है, किस तरह तू हंकार च रहिंदा है, किस तरह तू कुछ सीखना नहीं चाहता। ओवर कॉन्फिडेंस तैनू सारा है, मैनू सब कुछ पता है। और तेरी जिंदगी के चार पहरे बन गए। सुता रहिंदा है तू। ये सारी गल ना समझा के ना हुण ना अगला श्लोक लैके आते हैं। श्लोक नंबर 107 असी पढ़िया, 105-6 चो सिम्पटम समझे और पहरियां तो समझिया मैं सोंदा किस तरह हाँ। अते उस श्लोक फरीद जी तो समझिया जिन्होंने नींदर वाली अखां रहिंदियां ना, हर वेले ऊँग नींदर ही ची रहिंदे ने, घूक ही ची रहिंदे ने, हमले बने रहंदे ने। मैं सच ना सुनना ना सच देखना, सुते रहंदे ने, सुते हर वेले सुते। उन्हां दे अंग ठीक नहीं होंदे ने। पहले दिन असीं डिस्कस कीता सी कि जदों मैं माँ दे पेट सी, उत्थे मनु कुछ भी नहीं करना पैंदा सी, उत्थे मैं
24 ਆਵਰਸ 9 ਮਹੀਨੇ ਸੁੱਤਾ ਰਿਹਾ। ਉਹਦੇ 'ਚ ਮੇਰੀ ਮੈਂ ਪਨਪ ਰਿਹਾ ਸੀ, ਮੇਰਾ ਪਾਲਣ ਪੋਸ਼ਣ ਹੋ ਰਿਹਾ ਸੀ, ਮੈਨੂੰ ਅੰਦਰ ਕੜਿਆ ਜਾ ਰਿਹਾ ਸੀ। ਅੱਛਾ, ਜਦੋਂ ਮੈਂ ਬਾਹਰ ਆਇਆ ਤਾਂ ਵੀ ਮੈਨੂੰ ਦੁੱਧ ਪਿਲਾ ਕੇ ਫਿਰ ਹਮੇਸ਼ਾ ਲਈ ਸੁਲਾਇਆ ਜਾਂਦਾ ਸੀ। ਮੈਕਸਿਮਮ ਸੁੱਤਾ ਰਹੇ, ਜਿੰਨਾ ਬੱਚਾ ਸੋਏਗਾ ਇਹਦੇ ਅੰਗ ਬਣਨਗੇ। ਫਿਰ ਉਸ ਤੋਂ ਬਾਅਦ ਕੀ ਹੋਇਆ, ਆਸਤਾ ਆਸਤਾ ਮੈਂ 18 ਘੰਟੇ, ਫਿਰ 16 ਘੰਟੇ, ਫਿਰ 12 ਘੰਟੇ, ਫਿਰ 10 ਘੰਟੇ, ਫਿਰ 8 ਘੰਟੇ ਸੌਂਦਾ। ਹੁਣ ਅਸੀਂ ਰਾਤੀ ਸੌਂਦੇ ਹਾਂ, ਸੌਣ ਤੋਂ ਬਾਅਦ ਸਾਡੇ ਦਿਹਾੜ ਵਾਸਤੇ ਅੰਗ ਸਾਰੇ ਨਵੇਂ ਫਰੈਸ਼ ਹੋ ਜਾਂਦੇ ਨੇ, ਔਰ ਸਾਡੇ ਅੰਗ ਬਣਨੇ, ਅੱਗੋਂ ਮਲਟੀਪਲਾਈ ਹੋਣੇ, ਉਹ ਸਾਰਾ ਕੁਦਰਤ ਦੇ ਨਿਯਮ ਸਿਸਟਮ ਵਿੱਚ, ਜਿਹਨੂੰ ਕਹਿੰਦੇ ਨੇ 10 ਬਾਲਤਨ 20 ਸ਼ਰਵਣ 30 ਕਾ ਸੁੰਦਰ ਕਾਵੇ 40 ਪੁਰ ਹੋਏ, ਉਸ ਤੋਂ ਬਾਅਦ ਨਹੀਂ ਅੰਗ ਬਣਦੇ ਨੇ। ਉਸ ਤੋਂ ਬਾਅਦ ਜਿੰਨੇ ਬਣ ਗਏ। ਹੁਣ ਇਸ ਤੋਂ ਬਾਅਦ ਜੇ ਅਸੀਂ ਸੌਂਦੇ ਹਾਂ, ਸੁੱਤੇ ਹੀ ਰਹਿੰਦੇ ਹਾਂ, ਦਿਹਾੜੀ ਵੀ ਸੁੱਤੇ ਰਹਿੰਦੇ ਹਾਂ, ਰਾਤੀ ਵੀ ਸੁੱਤੇ ਰਹਿੰਦੇ ਹਾਂ, ਫਿਜ਼ੀਕਲ ਬਾਡੀ ਦੀ ਗੱਲ ਕਰ ਰਹੇ ਹਾਂ, ਤਾਂ ਸਾਡੇ ਅੰਗ ਤੇ ਬਣਦੇ ਨਹੀਂ ਨੇ, ਲੇਕਿਨ ਅਸੀਂ ਲਿਥਾਰਜਿਕ ਹੋ ਜਾਂਦੇ, ਸੁੱਤੇ ਰਹਿੰਦੇ ਹਾਂ। ਮਨ ਸੋ ਗਿਆ ਤਾਂ ਹੁਣ ਕੀ ਹੋਇਆ, ਲੋ ਜੀ ਸਾਰੇ ਅੰਗਾਂ ਨੂੰ ਅੱਗ ਲੱਗ ਗਈ, ਔਰ ਇਹ ਸਾਰੇ ਅੰਗ ਠੀਕ ਵੀ ਨਹੀਂ ਹੋ ਰਹੇ ਨੇ। ਇਹਨੂੰ ਕਹਿੰਦੇ ਨੇ ਅੱਖੀ ਸੁੱਤਕ ਵੇਖਣਾ, ਕੰਨੀ ਸੁੱਤਕ ਵੇਖਣਾ। ਨਿੰਦਾ ਸੁਣਦਿਆਂ ਸਾਰੇ ਅੰਗ ਖਰਾਬ ਹੋ ਗਏ, ਸਾਰੇ ਅੰਗਾਂ ਨੂੰ ਅੱਗ ਲੱਗ ਗਈ। ਫਰੀਦ ਜੀ ਕਹਿੰਦੇ ਮੈਂ ਨਾ ਜਾਣ ਚੁੱਕਿਆ, ਫਰੀਦਾ ਮੈਂ ਜਾਣਿਆ ਦੁੱਖ ਮੁਝ ਕੋ ਦੁੱਖ ਸੁਭਾਇਆ ਜਗ, ਉੱਚਾ ਚੜ੍ਹ ਕੇ ਦੇਖਿਆ ਤਾਂ ਘਰ ਘਰ ਇਹ ਅੱਗ, ਇਹਨਾਂ ਅੰਗਾਂ ਨੂੰ ਅੱਗ ਲੱਗੀ ਹੋਈ ਹੈ। ਇਹ ਸਾਰੀ ਗੱਲ ਸਮਝ ਪੈ ਰਹੀ ਹੈ, ਮੇਰੇ ਬਾਰੇ ਕਹਿ ਰਹੇ ਨੇ। ਹੁਣ ਸ਼ਲੋਕ ਨੰਬਰ ਅਗਲਾ ਆਇਆ। ਅਗਲੇ ਸ਼ਲੋਕ ਵਿੱਚ ਮਹਿਲਾ ਪੰਜਵਾਂ ਦਾ ਸ਼ਲੋਕ ਨਾਲ ਲਗਾਇਆ ਗਿਆ। ਮੈਨੂੰ ਇੱਥੇ ਛੋੜਿਆ ਨਹੀਂ ਗਿਆ, ਮੈਨੂੰ ਸਮਝਾਇਆ ਗਿਆ, ਦੇਖ ਤੂੰ ਜੇ ਜਾਗ ਪਵੇਂ ਤੂੰ ਜਿੰਦਾ ਹੋ ਸਕਦਾ ਹੈ, ਤੂੰ ਸਦੀਵੀ ਜਿੰਦਾ ਹੋ ਸਕਦਾ ਹੈ, ਤੂੰ ਹਮੇਸ਼ਾ ਲਈ ਅਮਰ ਹੋ ਸਕਦਾ ਹੈ, ਤੂੰ ਇਟਰਨਲ ਹੋ ਸਕਦਾ। ਇੱਕ ਵਾਰੀ ਜਾਗ ਪੈ। ਉਹਨੂੰ ਸਵੇਰ ਕਹਿੰਦੇ ਨੇ, ਸਬਾ ਕਹਿੰਦੇ ਨੇ, ਉਹਨੂੰ ਰੱਬੀ ਮਿਲਣ ਦੀ ਅਵਸਥਾ ਕਹਿੰਦੇ ਨੇ ਉਹਨੂੰ। ਵਰਨਾ ਰਾਤ ਕਥੂਰੀ ਵੰਡੀ ਹੈ, ਸੁੱਤਿਆਂ ਮਿਲੇ ਨਾ ਪਾਓ, ਕਿਉਂਕਿ ਪਹਿਲਾਂ ਕਰ ਜਿਨ੍ਹਾਂ ਨੈਣ ਨਿਦਾਵ ਲੈਤੀ ਨਾ ਮਿਲਣ ਕੋ ਆਓ, ਉਹਨਾਂ ਦਾ ਮਿਲਾਪ ਹੋ ਹੀ ਨਹੀਂ ਸਕਦਾ ਸੱਚ ਨਾਲ। ਸਾਰੀ ਗੱਲ ਖੋਲ ਕੇ ਨਾਲ ਸਿੱਧੀ ਸਿੰਪਲ ਸਮਝਾਈ ਜਾ ਰਹੇ ਨੇ। ਕੋਈ ਗਿਆਨਵਾਨ ਦੀਆਂ ਗੱਲਾਂ ਨਹੀਂ ਹੋ ਰਹੀਆਂ, ਬਿਲਕੁਲ ਸਿੰਪਲ ਲੇਮੈਨ ਦੀ ਲੈਂਗੁਏਜ ਦੀ ਗੱਲ ਨੂੰ ਸਮਝਾਇਆ ਜਾ ਰਿਹਾ। ਹੁਣ ਕਹਿੰਦੇ ਨੇ ਤੇਰਾ ਜਿਹੜਾ ਮਨ ਹੈ ਨਾ, ਇਸ ਮਨ ਨੂੰ ਸੱਚ ਦਾ ਗਿਆਨ ਦੇਣਾ ਹੈ। ਮਨ ਸਮਝਾਵਨ ਕਾਰਨ ਕਛੁਕ ਪੜੀਏ ਗਿਆਨ, ਸੱਚ ਦਾ ਗਿਆਨ ਦੇਣਾ ਹੈ। ਤੇਰੇ ਮਨ ਨੂੰ ਸੱਚ ਦਾ ਗਿਆਨ ਲੈ ਲੇਗਾ, ਉਹਨੂੰ ਕਹਿੰਦੇ ਨੇ ਏਕ ਬੂੰਦ ਗੁਰ ਅੰਮ੍ਰਿਤ ਦੀਨੋ, ਤਾਂ ਅਟਲ ਅਮਰ ਨਾ ਮੁਆ, ਫਿਰ ਮਰੇਗਾ ਨਹੀਂ। ਸੱਚ ਲੈ ਲੇਗਾ, ਮਰੇਗਾ ਨਹੀਂ। ਗਿਆਨ ਕੀ ਲਿਆ, ਮੈਂ ਗਲਤ ਕਿੱਥੋਂ ਹਾਂ, ਮੇਰੀ ਸਫਾਈ ਕਰ ਦਿਓ ਜੀ, ਮੇਰਾ ਮਨ ਸੁੰਦਰ ਬਣਾ ਦਿਓ ਜੀ, ਮੇਰੇ ਜਿੱਥੇ ਅਵਗੁਣ ਨੇ ਸਾਰੇ ਠੀਕ ਕਰ ਦਿਓ। ਇਹਨੂੰ ਗਿਆਨ ਕਹਿੰਦੇ ਨੇ। ਕਾਈਂਡਲੀ ਟੈਲ ਮੀ ਵੇਅਰ ਆਈ ਐਮ ਰੋਂਗ, ਇਹਨੂੰ ਗਿਆਨ ਕਹਿੰਦੇ ਨੇ। ਬਿਹਾਰੀਆਂ ਸਿਆਰੀਆਂ ਗ੍ਰਾਮਰ ਪੜ੍ਹ ਲੈਣ ਨੂੰ ਗਿਆਨ ਨਹੀਂ ਕਹਿੰਦੇ ਨੇ, ਟਰਾਂਸਲੇਸ਼ਨ ਕਰ ਲੈਣ ਨੂੰ ਗਿਆਨ ਨਹੀਂ ਕਹਿੰਦੇ ਨੇ। ਗੁਰਮਤ ਦਾ ਗਿਆਨ ਹੈ ਵੇਅਰ ਆਈ ਐਮ ਰੋਂਗ, ਕਾਈਂਡਲੀ ਟੈਲ ਮੀ। ਸਿੰਪਲ ਗੁਰਮਤ ਦਾ ਗਿਆਨ ਹੈ। ਫਰੀਦਾ ਜੇ ਤੂੰ ਅਕਲ ਲਤੀਫ ਕਾਲੀ ਲਿਖਣਾ ਲੇਖ, ਆਪ ਨੜੇ ਗਿਰਵਾਨ ਮੈਂ ਸਿਰ ਨੀਮਾ ਕਰ ਵੇਖ। ਆਪਣੀ ਇੰਟਰੋਸਪੈਕਸ਼ਨ ਕਰਨੀ ਸ਼ੁਰੂ ਕਰ ਦੇ। ਕਿੱਥੋਂ ਸੁੱਤਾ ਹੈ, ਕਿੱਥੇ ਤੇਰੇ ਅੰਗਾਂ ਨੂੰ ਅੱਗ ਲੱਗੀ ਹੋਈ ਹੈ, ਕਿੱਥੋਂ ਯੂ ਆਰ ਡਿਸਟਰਬ, ਕਿੱਥੋਂ ਤੂੰ ਪਲ ਮਰਦਾ ਹੈ। ਬਸ ਸਿੰਪਲ ਹੁੰਦਾ ਜਾਏਗਾ ਨਾ। ਹੋਪ ਦਿੱਤੀ ਹੈ, ਦੱਸ ਸਮਝਾਇਆ। ਮਨ ਨੂੰ ਰੱਬ ਜੀ ਦੇ ਨਾਲ ਮਰਜ ਕਰਨਾ ਹੈ। ਮਨ ਨੂੰ ਸਤਿਗੁਰ ਕੀ ਜਿਸਨੂੰ ਮਤ ਆਵੇ ਸੋ ਸਤਿਗੁਰ ਮਾਹੇ ਸਮਾਨਾ ਕਰਨਾ, ਇਕਮਿਕ ਕਰਨਾ। ਸਤਿਗੁਰ ਦੇ ਨਾਲ, ਰੱਬ ਨਾਲ ਇਕਮਿਕ ਕਰਨਾ ਹੈ ਮਨ ਨੂੰ। ਜਦੋਂ ਮਨ ਸਿੱਧੇ ਰਾਹ 'ਤੇ ਟੁਰਨ ਵਾਸਤੇ ਐਕਸੈਪਟਸ ਨਾ, ਦ ਮੂਮੈਂਟ ਆਈ ਵਾਂਟ ਟੂ ਅੰਡਰਸਟੈਂਡ ਕਿ ਮੈਂ ਗਲਤ ਹਾਂ, ਮੈਂ ਬਿਮਾਰ ਹਾਂ, ਮੈਨੂੰ ਸਮਝ ਨਹੀਂ ਹੈ, ਮੈਨੂੰ ਸਿੱਧੇ ਪਾਸੇ ਟੁਰਨਾ ਚਾਹੀਦਾ ਹੈ, ਕਾਈਂਡਲੀ ਟੈਲ ਮੀ। ਉਹਨੂੰ ਕਹਿੰਦੇ ਨੇ ਗਿਆਨ ਖੰਡ ਕਾ ਆਖੋ ਕਰਮ, ਕਾਈਂਡਲੀ ਟੈਲ ਮੀ। ਜਿਸ ਪਲ ਇਹ ਅਵਸਥਾ ਬਣਦੀ ਹੈ ਨਾ ਕਿ ਮੈਂ ਬਿਮਾਰ ਹਾਂ, ਮੈਂ ਠੀਕ ਨਹੀਂ ਹਾਂ, ਮੈਂ ਆਈਡੀਅਲ ਜੀਵਨ ਨਹੀਂ ਜੀਂਦਾ, ਜਿਸ ਪਲ ਇਹ ਅਵਸਥਾ ਬਣਦੀ ਹੈ ਨਾ, ਮਨ ਦੀ ਉਸ ਅਵਸਥਾ ਨੂੰ ਹਰ ਜਨ ਕਹਿੰਦੇ ਹਨ। ਉਹਨੂੰ ਉਸ ਵੇਲੇ ਕਹਿੰਦੇ ਨੇ ਹਰ ਜਨ ਐਸਾ ਚਾਹੀਏ ਜੈਸਾ ਹਰ ਹੀ ਹੋਏ। ਤੈਨੂੰ ਰੱਬ ਬਣਨਾ, ਤੈਨੂੰ ਹਰ ਬਣਨਾ। ਹਰ ਬਣ ਕੇ ਅੰਦਰ ਦੀ ਸ੍ਰਿਸ਼ਟੀ ਦੀ ਸਾਜਨਾ ਕਰਨੀ ਹੈ। ਤੂੰ ਜਿਹੜੀ ਝੂਠੀ ਸ੍ਰਿਸ਼ਟੀ ਰਚੀ ਹੋਈ ਹੈ, ਉਹ ਸ੍ਰਿਸ਼ਟੀ ਦੇ ਵਿਚਕਾਰ ਤੂੰ ਰਾਜਾ ਸੁੱਤਾ ਹੋਇਆ ਔਰ ਸਗਲ ਸ੍ਰਿਸ਼ਟ ਕੋ ਰਾਜਾ ਦੁਖੀ ਹੈ। ਹਰ ਕਾ ਨਾਮ ਜਪੋ तो सुखिया हो सकता है। तू अपनी सृष्टि साजनी है, ਤਾਂ ਤੂੰ ठीक हो सकना है।
ਤੈਨੂੰ ਅੰਦਰ ਦੇ ਰੱਬ ਜੀ ਦੇ ਨਾਲ ਇਕਮਿਕਤਾ ਸਿਖਾਣੀ ਹੈ। ਅੰਦਰ ਦੇ ਰੱਬ ਦੀ ਗੱਲਾਂ ਕਰਿਆ ਕਰ, ਬਾਹਰਲੇ ਰੱਬ ਦੀਆਂ ਨਾ ਕਰਿਆ ਕਰ। ਅੰਦਰ ਰੱਬ ਜੀ ਰਹਿੰਦੇ ਨੇ। 2 ਅਕਤੂਬਰ ਨੂੰ ਅਸੀਂ ਲਾਸਟ ਈਅਰ ਸੈਮੀਨਾਰ ਕੀਤਾ ਸੀ, ਇਨਰ ਵਾਇਸ ਇਜ਼ ਗੋਡਸ ਵਾਇਸ। ਅੰਦਰ ਰੱਬ ਜੀ ਰਹਿੰਦੇ ਨੇ। ਰੱਬ ਜੀ ਦੀ ਅੰਦਰੋਂ ਜਿਹੜੀ ਆਵਾਜ਼ ਆਉਂਦੀ ਹੈ ਨਾ, ਉਹਨੂੰ ਤੁਰਕੀ ਬਾਣੀ ਕਹਿੰਦੇ ਨੇ, ਖੁਦਾਈ ਪੈਗਾਮ ਕਹਿੰਦੇ ਨੇ, ਉਹਨੂੰ ਪਰਲੌਕਿਕ ਬਾਣੀ ਕਹਿੰਦੇ ਨੇ, ਉਹਨੂੰ ਟਰੂਥਫੁਲ ਲਿਵਿੰਗ ਦਾ ਖਰਾ ਸੱਚ ਕਹਿੰਦੇ ਨੇ, ਸੱਚ ਦਾ ਗਿਆਨ ਕਹਿੰਦੇ ਨੇ। ਸੋ ਆਈ ਅੰਦਰੋਂ ਸਮਝ ਆ ਰਹੀ ਹੈ ਕਿ ਹਰ ਜਨ ਐਸਾ ਚਾਹੀਏ ਜੈਸਾ ਹਰ ਹੀ ਹੋਏ। ਉਹਨੂੰ ਕਹਿੰਦੇ ਨੇ ਗੁਣ ਕਹਿ ਗੁਣੀ ਸਮਾਵਣਿਆ, ਗੁਣਾ ਦੇ ਨਾਲ ਇਕਮਿਕ ਹੋ ਜਾਣ। ਗੁਰ ਦਰਿਆਓ ਹੈ, ਉਹਦੇ ਅੰਦਰ ਜੋਤ ਸਮਾਨਾ, ਇਕਮਿਕ ਹੋ ਜਾਣਾ। ਕਹਿੰਦੇ ਨੇ ਤੇਰੇ ਮਨ ਨੂੰ ਨਾ ਪਲ ਪਲ ਦਾ ਡਰ ਲੱਗਦਾ ਹੈ, ਚਿੰਤਾ ਫਿਕਰ ਲੱਗੇ ਰਹਿੰਦੇ ਨੇ। ਤੇਰੇ ਮਨ ਨੂੰ ਮੁਥਾਜੀ ਹੈ ਜਮਾਂ ਦੀ, ਜਮ ਕੀ ਕਾਣ ਹੈ। ਤੇਰੇ ਮਨ ਨੂੰ ਹਰ ਵੇਲੇ ਚਿੰਤਾ ਫਿਕਰ ਰਹਿੰਦੇ ਨੇ। ਤੇਰੇ ਮਨ ਨੂੰ ਬੇਪਰਵਾਹ ਬਣਾਉਣਾ ਹੈ। ਰੱਬ ਜੀ ਬੇਪਰਵਾਹ ਨੇ, ਵੇਖਿਆ ਵਿਕਸਿਆ ਬੇਪਰਵਾਹ। ਮਨ ਨੂੰ ਹੀ ਤਾਂ ਬਣਾਉਣਾ ਨਾ। ਸਾਡੇ ਮਨ ਨੂੰ ਬੇਪਰਵਾਹ ਕਰਨਾ ਚਾਹੁੰਦੇ ਨੇ, ਸਾਡੇ ਮਨ ਨੂੰ ਬੇਮੁਥਾਜ ਬਣਾਉਣਾ ਚਾਹੁੰਦੇ ਨੇ, ਸਾਡੇ ਮਨ ਨੂੰ ਜਮਾਂ ਦੀ ਕਾਣ ਦੀ ਮੁਥਾਜੀ ਤੋਂ ਛੁਡਾਉਣਾ ਚਾਹੁੰਦੇ ਨੇ। ਸਾਡੇ ਮਨ ਨੂੰ ਰੱਬ ਹਰ ਜਨ ਐਸਾ ਚਾਹੀਏ ਜੈਸਾ ਹਰ ਹੀ ਹੋਏ, ਹਰ ਬਣਾਉਣਾ ਚਾਹੁੰਦੇ ਨੇ ਬਾਣੀ ਦੇ ਰਾਹੀਂ। ਸਾਡੇ ਮਨ ਨੂੰ ਜਦੋਂ ਰੱਬ ਬਣਾ ਦਿੰਦੇ ਨੇ ਨਾ, ਇਹਨੂੰ ਅੱਲਾ ਕਹਿੰਦੇ ਨੇ। ਨਿਜ ਘਰ ਦੇ ਅੰਦਰ ਆ ਗਿਆ। ਉਹ ਜਦੋਂ ਨਿਜ ਘਰ ਦੇ ਅੰਦਰ ਆਉਂਦਾ ਨਾ, ਉਹਨੂੰ ਕਹਿੰਦੇ ਨੇ ਸੋ ਦਰ ਕਿਹਾ। ਉਹ ਸੋ ਦਰ ਦੇ ਬੂਹੇ ਨੂੰ ਖੋਲ ਕੇ ਨਿਜ ਘਰ ਮਹਿਲ ਪਾਵੋ ਸੁਖ ਸਹਿਜੇ ਬੋਰਨ ਹੋਏਗੋ ਫੇਰਾ। ਨਿਜ ਘਰ ਮਹਿਲ ਖੋਲਦਾ, ਅੰਦਰ ਦਰ ਖੋਲਿਆ, ਅੰਦਰ ਆ ਗਿਆ। ਅੰਦਰ ਆ ਕੇ ਸੋ ਕਰਕੇ ਆ ਜਿਤ ਬੈ ਸਰਬ ਸੰਭਾਲੇ, ਸਭ ਕੀ ਚੰਗੇ ਗੁਣ ਸੰਭਾਲਦਾ ਹੈ। ਸੰਭਾਲ ਕੇ ਪੌੜੀ ਦੇ ਅਖੀਰ 'ਚ ਕਹਿੰਦੇ ਨੇ ਸੋ ਪਾਤਸ਼ਾਹ, ਪਾਤਸ਼ਾਹ ਬਣ ਜਾਂਦਾ ਹੈ। ਪਹਿਲਾਂ ਫੱਕੜ ਸੀ, ਸਗਲ ਸਿਰਜ ਕੋ ਰਾਜਾ ਦੁਖੀਆ ਸੀ, ਹੁਣ ਇਹ ਰਾਜਾ ਸੁਖੀਆ ਹੋ ਜਾਏਗਾ ਕਿਉਂਕਿ ਇਹ ਸ਼ਾਹ ਬਣ ਗਿਆ। ਸਹੀ ਪੂਰੇ ਸ਼ਾਹ ਵਕਤ ਉੱਪਰ ਲੜ ਮਰਿਆ, ਸ਼ਾਹ ਬਣ ਗਿਆ, ਰਾਜਾ ਬਣ ਗਿਆ, ਸੱਚਾ ਰਾਜਾ ਬਣ ਗਿਆ। ਪਹਿਲਾਂ ਝੂਠਾ ਰਾਜਾ ਸੀ, ਕੂੜ ਰਾਜਾ, ਕੂੜ ਪ੍ਰਜਾ, ਕੂੜ ਸਭ ਸੰਸਾਰ। ਮੰਦੇ ਖਿਆਲ ਸਾਰੇ ਅੰਦਰ ਦੀ ਸ੍ਰਿਸ਼ਟੀ ਸਾਰੀ ਝੂਠੀ ਬਣਾ ਕੇ ਬੈਠਾ ਹੋਇਆ ਸੀ। ਸੱਚ ਜਨ ਸੱਚ ਤਾਂ ਪਰ ਜਾਣੀਏ ਜਾਂ ਆਤਮ ਤੀਰਥ ਕਰੇ ਨਿਵਾਸ। ਅੰਦਰ ਆ ਗਿਆ, ਟਿਕ ਗਿਆ, ਇੱਥੇ ਬੈਠ ਗਿਆ। ਪਹਿਲਾਂ ਬਾਹਰ ਭਟਕਦਾ ਸੀ। ਮੇਰਾ ਮਨ ਪਰਦੇਸੀ ਘਰ ਆ ਗਿਆ, ਅੰਦਰ ਆ ਗਿਆ, ਨਿਜ ਘਰ ਮਹਿਲ ਪ੍ਰਾਪਤ ਹੋ ਗਿਆ। ਨਿਜ ਘਰ ਦੇ ਮਹਿਲ ਦੇ ਅੰਦਰ ਅਬਚਲ ਰਾਜ ਹੁੰਦਾ ਹੈ, ਨੀਚਲ ਰਾਜ ਹੁੰਦਾ ਹੈ। ਉਹਨੂੰ ਕਹਿੰਦੇ ਨੇ ਸਤਜੁਗ ਰੱਥ ਸੰਤੋਖ ਕਾ। ਸੰਤੋਖੀ ਹੋ ਜਾਂਦੇ ਆ, ਧਰਮ ਅੱਗੇ ਰਥਵਾਓ, ਧਰਮ ਦੀ ਅਗਵਾਈ ਲੈਂਦੇ ਆ। ਵਰਨਾ ਕਲਯੁਗ ਰੱਥ ਅਗਨ ਕਾ। ਕੂੜ ਅੱਗੇ ਰਥਵਾਓ, ਕੂੜ ਨੂੰ ਫੋਲੋ ਕਰਦੇ ਆ। ਕੂੜ ਫੋਲੋ ਕੀਤੀ ਮਾਨੋ ਸੁੱਤਾ ਹੋਇਆ, ਕੂੜ ਫੋਲੋ ਕੀਤੀ ਮਰ ਗਿਆ। ਸਿੰਪਲ ਹੋ ਰਿਹਾ ਨਾ, ਹੁਣ ਸਮਝ ਆ ਰਹੀ ਹੈ। ਹੁਣ ਮੇਰੇ ਮਨ ਨੂੰ ਬੇਮੁਥਾਜ ਬਣਾਉਣ ਵਾਸਤੇ, ਮਨ ਮੇਰੇ ਸਰੀਰ ਦਾ ਕੰਤ ਹੈ, ਸਾਈਂ ਹੈ, ਮਾਲਕ ਹੈ, ਬੌਸ ਹੈ, ਪਤੀ ਹੈ, ਖਸਮ ਹੈ। ਜੇ ਸੱਚ ਦੀ ਮਤ ਲੈ ਲਵੇ ਤਾਂ ਸੱਚ ਸਭਨਾ ਕਾ ਖਸਮ ਹੈ। ਮੇਰਾ ਮਨ ਸੱਚ ਖਸਮ ਦੀ ਬਾਣੀ ਲੈ ਲੇਗਾ। ਮੇਰਾ ਮਨ ਇਸ ਬॉडी ਦਾ ਸੱਚ ਖਸਮ ਬਣ ਜਾਏਗਾ। ਹੈ ਖਸਮ ਪਰ ਝੂਠਾ, ਹੈ ਖਸਮ ਪਰ ਸੁੱਤਾ, ਹੈ ਖਸਮ ਪਰ ਮੋਇਆ ਹੋਇਆ। ਜਿਸ ਘਰ ਦੇ ਮਾਲਿਕ ਪਾਪਾ ਜੀ ਸੁੱਤੇ ਹੀ ਰਹਿਣ, ਉਹ ਤੁਸੀਂ ਸੁੱਤੇ ਹੀ ਰਹੋਗੇ ਕਿ ਬਾਜ਼ਾਰ ਜਾਣਾ ਸਮਾਨ ਵੀ ਲੈ ਕੇ ਆਓ? ਸੁੱਤੇ ਹੀ ਰਹੋਗੇ ਕਿ ਕੰਮ ਤੇ ਜਾਣਾ ਕੁਝ ਕਮਾ ਕੇ ਲਿਆਓ? ਸੁੱਤੇ ਹੀ ਰਹੋਗੇ ਕਿ ਬੱਚਿਆਂ ਨੂੰ ਸਕੂਲੋਂ ਲੈ ਕੇ ਆਉਣਾ ਲੈ ਕੇ ਆਓ? ਉਹ ਸੁੱਤੇ ਹੀ ਰਹਿੰਦੇ ਨੇ, ਖਾ ਪੀ ਕੇ ਸੌ ਜਾਂਦੇ, ਖਾ ਪੀ ਕੇ ਸੌ ਜਾਂਦੇ ਨੇ। ਭੈੜੇ ਹਾਲ ਹੋ ਜਾਂਦੇ ਨਾ ਘਰ ਦੇ ਪਾਪਾ ਜੀ। ਘਰ ਦਾ ਕੰਤ ਮਾਲਕ ਸਾਹਿਬ ਸੁੱਤਾ ਹੋਇਆ, ਮਰਿਆ ਹੋਇਆ। ਇਹਨੂੰ ਜਗਾਉਣਾ, ਇਹਨੂੰ ਜਗਾ ਕੇ ਇਹਨੂੰ ਨੇਚਲ ਰਾਜ ਦੇਣਾ, ਇਹਨੂੰ ਸੰਤੋਖੀ ਰਾਜ ਸਿਖਾਉਣਾ, ਇਹਨੂੰ ਰੱਬ ਬਣਾਉਣਾ, ਇਹਨੂੰ ਬੇਮੁਹਤਾਜ ਬਣਾਉਣਾ, ਇਹਨੂੰ ਕੰਤ ਰੰਗਾਵਲਾ ਬਣਾਉਣਾ। ਅਗਲਾ ਸ਼ਲੋਕ ਫਰੀਦਾ ਕੰਤ ਰੰਗਾਵਲਾ ਵੱਡਾ ਬੇਮੁਹਤਾਜ। ਮਨ ਸੱਚ ਖਸਮ ਨਾਲ ਨਿਜ ਘਰ ਦੇ ਅੰਦਰ ਇਕਮਿਕ ਹੋ ਗਿਆ। ਹੁਣ ਇਹ ਸਾਨੂੰ ਸੋਲੂਸ਼ਨ ਵੱਲ ਲਿਜਾ ਰਹੇ ਨੇ। ਸਾਡਾ ਟੌਪਿਕ ਕੀ ਹੈ? ਸੁੱਤਾ ਮਨ। ਸੁੱਤੇ ਮਨ ਨੂੰ ਮੋਏ ਦੇ ਬਰਾਬਰ ਦੱਸਿਆ। ਇਹਨੂੰ ਹੀ ਕੁਦਰਤ ਦੇ ਨਿਯਮਾਂ ਵਿੱਚ ਸੱਚ ਸਮਝਾ ਕੇ ਕੀ ਕਰਨਗੇ?
आखिरी जिहड़ा 113 नंबर श्लोक है जो साडे टॉपिक दा डेस्टिनेशन है, मैं थोड़ा छेती बोल रहा। साडा डेस्टिनेशन है दाती साहिब संदियाँ क्या चलना तिस नाल, एक जागन दे ना लहन, एक ना सुत्तियां दे उठाल। सो हुण असी सुत्ते होया, सुत्ते तो उठाल तक दी जर्नी साडी चल रही है। अज 4th डे है साडा। असी हुणे इक्को श्लोक समझ रहे हाँ। श्लोक दे नाल लड़ीवार जिहड़े श्लोक चल रहे ने उन्हां तो समझ के पूरा अपना टॉपिक समझ रहा। मैं सुत्ता हाँ, मैं मरिया होया, मैनू जगाना है ताकि मैं कदे ना मरा, मैं अमर हो जावां। मैं रब जी नूं अजूनी कहते ने, अकाल मूरत कहते ने, मैं उहदे नाल मर्ज हो जावां, मैनू वो वाला जीवन प्राप्त हो जाए। इस वास्ते मेरे मन कंत नूं रब जी दा रंग चढ़ते पे ने, समझा रहे ने। देख फरीदा कंत रंगावला वड्डा वे मोहताज। पहला केड़ी सी? जंब दी काण सी, मुथाजी सी। हुण जंब दी काण नहीं रही, चिंता फिकर नहीं रही, वड्डा वे मोहताज। अल्लाह सेती रत्या, अंदर रब जी रहिंदे ने, रब जी नाल इकमिक हो गया। अल्लाह बन गया, इकमिक हो गया ना। मेरा मन अंदर वसदे रब जी की गल चल रही है। जिहड़ा सो काड़ आसमान ते बैठा, मैं उसकी कोई गल्लां नहीं कर रहा वा। सो काड़ आसमान ते बैठे वाला असी की कीता वे? असी सोचिया अरबत नरबत तंदूकारा, पहला लखा करोड़ा साल पहला हनेरा सी, धुंध सी, एक रब सी, वो चौकड़ा मार के बैठा होया सी। उन्हें पता नहीं उन्होंने की फुरना आया, उन्हें कहा चलो सृष्टि साज दिंदा। फिर उन्हें सृष्टि साजी। फिर जिहड़ा चौकड़ा मार के बैठा सी उहदे तो सृष्टि विच आके ओमनी प्रेजेंट हो गया। इस सारी सृष्टि कण कण में भगवान वांगू फैल गया। पर फिर कही जाता है ऊपर ही है, ऊपर ही है। गुरु साहब कह रहे ने जिस रब दियां तू गल्लां करना वो रब तेरे अंदर है। अंदर दी सृष्टि दी गल कर, अंदर दे रब दी गल कर, और अंदर दे रब जी दे नाल मन नू इकमिक कर ताकि तेरा मन रब बन जाए, अल्लाह बन जाए, हर जन बन जाए, ऐसा चाहिए हर बन जाए। एक गल समझाने वास्ते कहते ने ये वाली साजना कर, ये सजावट कर। सजावट की करनी है? बाहर कॉस्मेटिक्स नहीं लाने ने, ये मन सुंदर अपना बनाना है हदूर कत दूर बतावो, धुंधर बांधो सुंदर पावो। तेरा मन सुंदर बन जाएगा। अंदर दे निज घर दे रब जी दे नाल मिल के हमेशा लई करूपता तो छूट जाएगा। करूपता मेरे मंदे ख्याल ने, करूपता मेरी मंदी जबान है, करूपता मेरिया भैड़ियां अखां ने, करूपता मेरे कन्न निंदा सुनते ने, करूपता मेरी जबान निंदा करती है। यह मेरी करूपता है। दिस इज़ माई आउटर ब्यूटी, मेरी इनर ब्यूटी। मेरा मन संतोखी हो गया, मेरा मन मैनू मिठा बोलना सिखाता है, मैनू नम्रता सिखाता है। मेरी सुंदरता इनर ब्यूटी, ये मन सुंदर अपना हर नाम मजीठ है रंगरी। सो चिंता फिकर खत्म, सच दी साजना हो गई। नैक्सट श्लोक आया, जदों सच सबना का खसम मेरा अंदर दा बन जाता है तो मेरे वास्ते सब सुख दुख बराबर हो जाते हैं। क्योंकि दुख मेरा विछोड़ा सी, दुख रहा ही नहीं, मैं इकमिक हो गया। किरतकर्म के विछड़े सी, मिलाप हो गया। ते सुख माई मेरे मन को सुख हो गया हमेशा नहीं, क्योंकि चंगे गुण हमेशा वास्ते एक हो गया। हुण इनू ए दुनियावी जिहड़े सो काड़ सुख दुख ने, इट डजंट मैटर। दिल ते लाए विकार, क्योंकि मन तो सारे मंदे ख्याल हटा दिते ने। अल्लाह पावे सो भला, अल्लाह पावे सो भला का मतलब ये नहीं होंदा मेरे इलावा रब जी कोई उपर रहिंदे ने, उन्हां नूं जो पाउंदा है। ते बार बार मैं गल कोट कर रहा, पिछले 4 दिनों तो असी सारिਆਂ ने यही स्टेटमेंट सुनी है, तुसी सारिਆਂ ने कोई गलती की है, इस करके रब ने तुहाडे वास्ते वायरस भेजिया कोविड, ते तुहानूं सज़ा देण वास्ते। ये रब नूं पाउंदा है। इंज कहंदे मैं सुनिया लोगों नूं, वो जी रब ने कोविड कराया, जिवें मर्जी कराए। वो जी 2 कौमां नूं लड़ाता है, रब लड़ांदा जिवें मर्जी कराए। वो जी किसी दी धी नूं दाज दे नां हेठां साड़ दिता, जिवें रब दा पाउणा। असीं इंज तां गल्लां करने आ। रब दा पाना पता की है? सतगुर का पाना।
ਜਦੋਂ ਰੱਬ ਦਾ ਪਾਣਾ, ਸਤਿਗੁਰ ਦਾ ਪਾਣਾ ਸਮਝ ਆਉਂਦਾ ਨਾ, ਤਾਂ ਅਸੀਂ ਸਿਆਣੇ ਹੋ ਜਾਂਦੇ ਹਾਂ। ਉਹਨੂੰ ਬਾਣੀ ਕੀ ਕਹਿੰਦੀ ਹੈ? ਮੇਰੀ ਡੈਫੀਨੇਸ਼ਨਸ ਨਹੀਂ ਚੱਲ ਰਹੀਆਂ, ਮੇਰੀ ਸਟੇਟਮੈਂਟ ਲੈਕਚਰ ਨਹੀਂ ਚੱਲ ਰਿਹਾ। ਬਾਣੀ ਸੋਈ ਸਿਆਣਾ ਸੋ ਪਤਵੰਤਾ, ਹੁਕਮ ਲੱਗੈ ਜਿਸ ਮੀਠਾ ਜੀਓ। ਜਿਹਨੂੰ ਰੱਬ ਦਾ ਭਾਣਾ ਸਮਝ ਆ ਗਿਆ, ਆਪਣੇ ਭਾਣੇ ਚੱਲ ਕੇ ਵਿਛੜਦਾ ਸੀ, ਉਹਨੂੰ ਕਹਿੰਦੇ ਨੇ ਸੋ ਸਿੱਖ ਸਖਾ ਬੰਦਾ ਪਾ ਭਾਈ। ਜੇ ਗੁਰ ਕੇ ਭਾਣੇ ਵਿੱਚ ਆਵੇ, ਗੁਰ ਕੇ ਭਾਣੇ ਵਿੱਚ ਚੰਗੇ ਗੁਣ ਪ੍ਰਾਪਤ ਹੁੰਦੇ ਨੇ, ਗੁਰ ਕੇ ਭਾਣੇ ਵਿੱਚ ਰੱਬੀ ਇਕਮਿਕਤਾ ਪ੍ਰਾਪਤ ਹੁੰਦੀ ਹੈ, ਗੁਰ ਕੇ ਭਾਣੇ ਨੂੰ ਰੱਬੀ ਗੁਣ ਕਹਿੰਦੇ ਨੇ। ਇੱਕ ਓਂਕਾਰ ਤੋਂ ਗੁਰਪ੍ਰਸਾਦ ਰੱਬੀ ਗੁਣਾ ਵਾਲਾ ਮਨ ਬਣ ਜਾਂਦਾ ਹੈ। ਸੋ ਸਿੱਖ ਸਖਾ ਬੰਦਾ ਪੈ ਭਾਈ ਜੇ गुर के पाने में चावे। बट अपने पाने जो चल रहा है भाई, जो अपनी मन की मर्जी करता है, विछड़ डिपार्ट, चोटा खावे, डिस्टर्ब रहता है। सो अल्लाह पावे दा मीनिंग समझ आया। तेरा मन जदों निज घर दे दरबार दे अंदर एंटर कर जाता है। साध संगत जी, ए तुसी फैसला करना है, बाणी पढ़ पढ़ के समझना है। मरण तो बाद ऊपर कोई दरगाह दरबार है या एट प्रेजेंट मेरे अंदर रब जी रहते ने, मेरे अंदर दरगाह है, अंदर दरबार है। अंदर जान दी खेड बाणी सिखा रही है। असी अरदासा करदे फलाना मर गया, इनू मरण तो बाद चरना च निवास बख्शना, यही गल्लां सुनिया ना। अच्छा, इत्थे कोई चरण ही ने, इत्थे कह रहे माई चरण गुर मीठे, चरण चलो मारग गोबिंद, इत्थे करने गुर के चरण जी का निस्तारा। मरण तो बाद चरना च निवास बख्शना, क्योंकि असी रब उपर ही समझिया होया है, मरण तो बाद ही समझिया होया है। मरण तो बाद वाले रब की कोई दरगाह समझी हुई है, मरण तो बाद रब का कोई दरबार समझिया होया है। निज घर दे अंदर रहंदे ने, इत्थे ही दरबार है। जदों वो प्राप्त हो जाता है ना, तां मानो दरबार प्राप्त होया, निज घर दे अंदर एंट्री मिल गई है। अवगुणा के कारण अंदर एंटर नहीं सी करता, उन्होंने कहते ने खोटे सट्टियां बार बार बाहर ही रहिंदा सी। अवगुण छोड़े, लो जी मिलन। अवगुण छड्डण वास्ते उहदा सद्दा सुनना पैंदा है। उन्होंने कहते ने सद्दणहारा सिमरिए नानक सीधे। पर असीं सुनिया सी वो सद्दा देंदा रोज़, लोकी बंदे मरदे रहिंदे ने, वो बुलांदा रहिंदा है, लोकी जांदे रहिंदे ने। वो जिहड़ा सद्ददा है ना, हाए वो मार दिंदा है, ते उहनूं याद करना चाहिए। ये मीनिंग सुने ने असीं, ये डरावने वाले शरीरक डैथ वाले, तां ही असीं सारे कोविड वेले इन्ना डरे हाँ। अंदर दे रब जी की जदों गल की जाती है, उन्होंने भाणे की गल की जाती है, तो सानू निरभौ बनाया जाता है। तुम गाओ मेरे निरभौ का सोहला, सानू फीयरलैस बनाया जाता है। सानू रब निरभौ है, सानू निरभौ बनाया जाता है। यदा मतलब सानू रब बनाया जाता है। मेरे मन नूं बाहरों जो मैं कहा मैं रब हाँ, मैं भगवान हूँ, सारे मेरे को मत्था टेको, मैं ये हूँ, नहीं नहीं, ये नहीं गल्लां चल रही। मन नूं सच पाउंदा है तां मानो निज घर दे दरबार अंदर जांदा है, एंट्री करता है, सच पाउंदा ते सच नूं जींदा है। जे मन नूं सच ना पाए तां अपने भाणे जो चलै भाई, विछड़ चोटां खावे। सो अगला श्लोक आया, फरीदा दुख सुख एक कर दिल ते लाए विकार, अल्लाह पावै सो भला तां लब्बी दरबार। देन यू गेट द एंट्री। एंट्री मिल गई, निज घर अंदर आ गए। सो दर दे अंदर आके सो पुरख बन जाता है मन। सारे बाणी चो तुसी लभोगे इन्हां दे प्रमाण। से पुरख प्रधान, पुरख सारे टॉपिक नूं तुसी उत्थों समझोगे। हुण साडा इस तो बाद अगला श्लोक आया। अगले श्लोक विच कहंदे ने 109 नंबर श्लोक तक मैं इको टॉपिक समझ रहा, जीवंदड़ों मोयो हाँ। क्यों? क्योंकि मैं पिछली रात पिछली जिंदगी जागया नहीं सी। जे मेरा मन जाग पवे एक मिकता प्राप्त करता है, जाग पवे मरदा नहीं है, रब दे भाणे च रहिंदा तां रब नाल विसरे होए हुंदा है, कुदरत दे नियमां विच रहिंदा है, हुक्म रजाई चलना विच रहिंदा है,
सच दी रज़ा विच रहिंदा है। सो अगला श्लोक महला पंजवां। फरीदा दुनी वजाई वजदी, तू भी वजे नाल। फरीदा दुनी वजाई वजदी, तू भी वजे सोई जियो ना वजदा, सोई जियो ना वजदा, जिस अल्लाह करदा सार, जिस अल्लाह करदा सार। पिछल रा ना जागे ओए। सिम्टम की है जीवंदड़ो, मोयो पिछल रा ना जागे ओए। सो दुनी वजाई वजदी, ਇਹਦੇ अर्थ पता की किते हुए ने? ਇਹਦੇ किते हुए ने ਉਹ दुनिया मरी हुई है, दुनिया नैगेटिव ट्यून ते नचदी है, दुनिया वजदी है, तू भी वजे नाल। नहीं, इत्थे दुनी दे अर्थ मेरे अंदर दे अंगां दे कारण नैगेटिविटी विच मेरे नैगेटिव थॉट प्रोसैस दे कारण जिहड़ा मैं जीवन जींदा हाँ ਉਹਨੂੰ ਕਹਿੰਦੇ ਨੇ दुनी। ਉਹਨੂੰ ਕਹਿੰਦੇ ਨੇ और दुनी सब भरम भुलानी। ਜਦੋਂ मैं अपने शरीर ਦੇ ਲੈਵਲ ਤੇ ਜੀਂਦਾ ਹਾਂ ਨਾ, ਬੋਡੀ ਕੌਨਸ਼ੀਅਸ ਲੈਵਲ ਤੇ ਜੀਂਦਾ, ਤਾਂ ਹੀ ਤੇ ਕੋਵਿਡ ਤੋਂ ਸਾਨੂੰ ਡਰ ਲੱਗਾ ਸੀ। ਜਿਨ੍ਹਾਂ ਨੂੰ ਡਰ ਨਹੀਂ ਲੱਗਾ ਉਹਨਾਂ ਨੇ ਕੋਈ ਰਾਮ ਰਾਮ ਅੱਲਾ ਅੱਲਾ ਵਾਹਿਗੁਰੂ ਵਾਹਿਗੁਰੂ ਨਹੀਂ ਕੀਤਾ। ਉਹ ਡਾਕਟਰ ਵੀ ਨੇ, ਉਹ ਨਰਸਿਸ ਵੀ ਨੇ, ਔਰ ਉਹ ਕਈ ਵਾਲੰਟੀਅਰਸ ਵੀ ਨੇ ਜਿਨ੍ਹਾਂ ਨੇ ਕੋਵਿਡ ਵਾਲੀ ਡੈਡ ਬੋਡੀ ਨੂੰ ਚੁੱਕਿਆ। ਉਹ ਕੀ ਹੋਇਆ? ਉਹ ਨਹੀਂ ਡਰ, क्योंकि वो बॉडी लेवल पे नहीं ने, वो ऐसा समझ रहे हैं ठीक है हम अपनी प्रिकॉशन लेंगे लेकिन अब ये काम भी करना पड़ेगा। मैं बार बार जूम ते डिस्कस किया, मेरे वीर अमन मनु कहते हैं कि लंडन तो कॉल आई, आप अमन सिंह हो क्या? हाँ, लंडन तो कॉल, लिविंग ट्रेजर वाले। हाँ, अब सुना आप कोविड वालों की हेल्प करते हैं या डेड बॉडी उठाते हैं? कहना हाँ। मेरा ना घर में पापा को कोविड हो गया, मम्मी की ऑलरेडी पिछले साल डेथ हो गई थी, पापा को कोविड हो गया है और मेरे भैया और भाभी दोनों डर के अपने कमरे में बंद है, वो पापा को अटेंड नहीं कर रहे हैं। तुम प्लीज़ जा सकते हो? अमन ने उन्होंने पूछा तू कौन है? हिंदू है, मुसलमान है, दोस्त है, मित्र है, कौन है? आपको नंबर कहाँ से मिला? उन्हें क्या मनु मिल गया, तुसी जा सकते हो। एंड ही वेंट, एंड व्हेन ही वेंट देयर ਉਹ ਸਰੀਰਕ ਤਲ ਤੇ ਨਹੀਂ ਸੀ, ਇਸ ਕਰਕੇ ਉਹਨੇ ਪਾਪਾ ਜੀ ਨੂੰ ਚੁੱਕ ਲਿਆ, ਚੁੱਕ ਕੇ ਹਸਪੀਟਲ ਲੈ ਗਿਆ। ਕੋਵਿਡ ਉਹਨੂੰ ਹੋ ਸਕਦਾ ਹੈ, ਵਾਇਰਸ ਲੱਗ ਸਕਦਾ, ਡੈਥ ਵੀ ਹੋ ਸਕਦੀ ਹੈ, ਉਹਦਾ ਆਪਣਾ ਆਕਸੀਜਨ ਲੈਵਲ ਵੀ ਘਟ ਸਕਦਾ। ਲੇਕਿਨ ਇੰਜ ਜਿਹੜੇ ਕਰਦੇ ਨੇ ਉਹ ਆਪਣੇ ਸਰੀਰਕ ਤਲ ਤੋਂ ਉੱਪਰ ਉੱਠ ਜਾਂਦੇ ਨੇ, ਉਹਨਾਂ ਨੂੰ ਸਰੀਰਕ ਤਲ ਤੇ ਲੰਬੀ 100 ਉਮਰ ਦੀ ਆਦਤ ਨਹੀਂ ਰਹਿੰਦੀ ਹੈ। ਕਿਉਂਕਿ ਜਿਹੜਾ ਅਸੀਂ ਚੌਥਾ ਪੈਰ ਸਮਝਿਆ ਸੀ ਨਾ, ਚੌਥੇ ਪੈਰ ਵਿੱਚ ਸਾਨੂੰ ਨਾ क्या जे तैनू नींदर आ गई है ना, जे तेरे नैन निद्रावले हो गए ने, तो मानो तू शरीरक तलते हैं। तो इस करके चौथे पैर तो बाद कहते ने चौथे आई ऊंग अखी मीट पवार गया, पी उठ रचियो नवाद सह वरियां की पिड़ बद्दी। तैनू 100 साल लंबी उम्र जीण दा चाह चढ़ गया, नहीं तैनू शरीरक तल ते मरण दा डर लगन लग पिया। तू सोचदा सारे मरनगे, मैं नहीं मरांगा। इस करके तू लोगों नाल स्टिग्मा, नफरत करनी शुरू करती, दूरियां वधानियां शुरू कर दित्तियां। देख रहे हो आज सारी दुनिया किस तरह बदल गई है।
ਬੰਦਾ ਬੰਦੇ ਤੇ ਤੋਂ ਦੂਰ ਹੋ ਗਿਆ, ਘਰ ਦੇ ਰਿਸ਼ਤੇਦਾਰਾਂ ਤੋਂ ਦੂਰ ਹੋ ਗਿਆ, एक दूजे को असी डरन लग पे, क्योंकि मन अंदर है ख्याल है हम तो मरेंगे ही नहीं, हमने तो मास्क लगा ही लिया, हमने तो वैक्सीनेशन करा ही लिया, हम तो मरेंगे है ही नहीं है। वाइटामिन मैं खाता हूँ, अनुलोम विलोम मैं करता हूँ, सैर मैं करता हूँ, सब कुछ तो मैं करता हूँ, जिंक भी मैं खाता हूँ, वाइटामिन सी भी मैं खाता हूँ, सब कुछ मैं करता ही हूँ। मेरे को पढ़ा दिया, पता नहीं क्या कह दिया है, बस तुम मरोगे नहीं। भुलेखा कुदरत के नियम ਨੂੰ ਜੇ ਤਾਂ ਰੱਬ ਵਿਸਾਰਿਆ ਤਾਂ ਰੱਬ ਨਾ ਵਿਸਰੋ, ਸੱਚ ਦੇ ਨਿਯਮ ਨਹੀਂ ਚੱਲਦੇ ਨੇ, ਤੇਰਾ ਭੁਲੇਖਾ ਹੈ। ਤੂੰ ਨਿਜ ਘਰ ਅੰਦਰ ਜਾ, ਉੱਥੇ ਨਹੀਂ ਮਰੇਗਾ। ਨਿਜ ਘਰ ਦੀ ਮੱਤ ਲੈ ਲੈ, ਉਹ ਤੇਰਾ ਆਰਮਰ ਬਣ ਜਾਏਗਾ, ਉਹਨੂੰ ਸੁਨਾ ਕਹਿੰਦੇ ਨੇ। ਉਹ ਤੈਨੂੰ ਜੀਵਿਤ ਰੱਖੇਗਾ ਹਮੇਸ਼ਾ। ਤੂੰ ਮੰਦੇ ਖਿਆਲਾਂ ਦੇ ਕਾਰਨ ਨੱਚਦਾ ਰਹਿੰਦਾ ਹੈ, ਫਰੀਦਾ ਦੁਨੀ ਵਜਾਈ ਵੱਜਦੀ, ਤੂੰ ਵੀ ਵੱਜੇ ਨਾਲ। ਓਏ ਮੇਰੇ ਮਨ ਦੇਖ, ਇਹ ਤੇਰੇ ਮੰਦੇ ਖਿਆਲਾਂ ਦੇ ਕਾਰਨ ਤੂੰ ਨੱਚਣਾ ਹੈ। ਮੰਦੇ ਖਿਆਲ ਤੈਨੂੰ ਨਚਾਉਂਦੇ ਨੇ, ਔਰ ਜਦੋਂ ਸਾਨੂੰ ਨਚਾਉਂਦੇ ਨੇ ਤਾਂ ਅਸੀਂ ਹੇ ਕਾਮੰਗ ਨਰਕ ਵਿਸ਼ਰਾਮੰਗ ਹੋ ਜਾਂਦੇ ਹਾਂ। ਔਰ ਉਹਨੂੰ ਇੱਕ ਉਸ ਸ਼ਲੋਕ ਅੰਦਰ ਅੱਗੇ ਕਹਿੰਦੇ ਨੇ, ਤੂੰ ਬਾਂਦਰ ਵਾਂਗੂ ਨੱਚਦਾ ਹੈ। ਮੈਨੂੰ ਸ਼ਲੋਕ ਇਸ ਵੇਲੇ ਯਾਦ ਨਹੀਂ ਆ ਰਿਹਾ, ਸੰਸਕ੍ਰਿਤੀ ਹੈ, ਥੋੜ੍ਹਾ ਮੁਸ਼ਕਿਲ ਹੈ। ਤੂੰ ਬਾਂਦਰ ਵਾਂਗੂ ਨੱਚਣਾ ਹੈ। ਅਸੀਂ ਜਦੋਂ ਈਵਲ ਥਾਟਸ ਦੇ ਤਾਲ 'ਤੇ ਨੱਚਦੇ ਹਾਂ ਤਾਂ ਇਹਨੂੰ ਦੁਨੀ ਵਜਾਈ ਵੱਜਦੀ ਕਹਿੰਦੇ ਨੇ। ਮੇਰੀਆਂ ਅੱਖਾਂ, ਮੇਰੇ ਕੰਨ, ਮੇਰੇ ਨੱਕ, ਮੇਰੇ ਸਵਾਸ, ਮੇਰਾ ਰੋਮ ਰੋਮ, ਮੇਰੇ ਸਾਰੀ ਜੀਭ, ਸਭ ਕੁਛ। ਹੁਣ ਜਦੋਂ ਸਾਨੂੰ ਮਨਾ ਕੀਤਾ ਗਿਆ ਕਿਸੇ ਦੀ ਨਿੰਦਾ ਨਹੀਂ ਕਰਨੀ, ਅਸੀਂ ਕਰਦੇ ਹਾਂ ਨਾ। ਇਸ ਤਰੀਕੇ ਦੇ ਨਾਲ ਅਸੀਂ ਸਾਰਾ ਕੁਝ ਅੱਖਾਂ ਦੇ ਨਾਲ ਹੇਟਰਡ ਲੁੱਕ ਦਿੰਦੇ ਹਾਂ ਨਾ, ਦੇਖਦੇ ਹਾਂ ਨਾ। ਹਿੰਦੂ ਮੁਸਲਮਾਨ ਸਿੱਖ ਈਸਾਈ ਦਾ ਵਿਤਕਰਾ ਕਰਦੇ ਹਾਂ ਨਾ, ਅਮੀਰ ਗਰੀਬ ਦੇਖ ਕੇ ਸਤਿ ਸ੍ਰੀ ਅਕਾਲ ਬੁਲਾਉਂਦੇ ਹਾਂ ਨਾ, ਤੇਰ ਮੇਰ ਕਰਦੇ ਹਾਂ ਨਾ। ਇਹ ਸਾਰਾ ਜਿਹੜਾ ਵਿਤਕਰਾ ਹੈ ਨਾ, ਇਹ ਮੇਰੇ ਆਪਣੇ ਅੰਗਾਂ ਦੀ ਦੁਨੀਆ ਦੇ ਅਕੋਰਡਿੰਗ ਮੈਂ ਨੱਚਦਾ ਹਾਂ। ਦੁਨੀ ਵਜਾਈ ਵੱਜਦੀ, ਤੂੰ ਵੀ ਵੱਜੇ ਨਾਲ। ਓਏ ਮੇਰੇ ਮਨ, ਤੈਨੂੰ ਕੀ ਹੋ ਗਿਆ? किस ताल ते नच रहे? जी एक बार इस ताल तो छुट जाइए ना, इस ताल तो छुटने वास्ते हर जन नाचो सतगुर दी मत ते, तैनू सतगुर दी ताल ते नचना पेगा। सतगुर दी ताल ते एक बार नचना आ जाए ना, ओनू कहंदे ने अब मोहे नाचनू ना आवे, अब मोहे नाचनू ना आवे, मेरा मन मंदरिया ना बजावे, मेरा मन मंदरिया ना बजावे, अब मोहे नाचनो। बट मेरा मन ते मैनू नचा रहा, पल पल नचांदा है। फरीदा दुनी बजाई वजदी, तू भी वजे नाल। ए मेरा सिम्पटम की दसिया? जीवंदड़ों मोयो दा। ये मेरा की सिम्पटम दसिया? इंज तेरी रात बीतती है। बट जे सच नाल जुड़ जाता है, निज घर अंदर चला जाता है, बेमोहताज हो जाता है, अंदर वड़ जाता है, हर बन जाता है, अल्लाह बन जाता है, तां की होंदा है? सोई जियो ना वजदा, फिर नहीं है उस उन्हां तालां ते नचदा। सोई जियो ना वजदा जिस अल्लाह करदा सार, फिर ये अपने अंदर दे सारे जीआं जंतां दी सार करता है। सारे जी जंत इनू कहते ने, जी जंत सब शरण तुम्हारी। ये तुम्हारी कौन है? रब जी। रब जी मतलब रब जी दे आसन ते कौन इकमिक हो गया? मन गुण कैस गुणी समावणिया। सतगुर की जिसनों मत आवे सो सतगुर माए समाना हो गया ना। इत्थे आ गए सारे जी जंत। इत्थे गुरुद्वारे ते कोई जी जंत आंदे ही नहीं। जे असीं इहदा ना शरण रखीए, गुरुद्वारे नूं जे शरण कहंदे आ
ਤਾਂ ਸਾਨੂੰ ਦਰਬਾਰ ਨਹੀਂ ਲੱਭਦਾ ਹੈ। ਸਾਧ ਸੰਗਤ ਜੀ, ਸਾਰੀ ਧਰਤੀ ਤੇ ਸਾਰੀ ਸ੍ਰਿਸ਼ਟੀ ਤੇ ਜਿੱਥੇ ਵੀ ਚਲੇ ਜਾਈਏ, ਮੈਂ ਸ਼ਰਨ ਡੈਫੀਨੇਸ਼ਨ ਇੱਕ ਵਾਰੀ ਸਾਂਝ ਕੀਤੀ ਸੀ, ਜਦੋਂ बैल कोलू का बैल अपने पगडंडी ते टुरदा है, वो टुरदा रहता है, ਉਹਦੇ ਇੱਥੇ ਬੱਲੀ ਬੰਨੀ ਹੁੰਦੀ ਹੈ, कोलू का तेल बैल के कारण निकलता रहता है। कोलू का बैल अपनी पगडंडी पर चलता रहता है, अपने पद चिन्हों पर चलता रहता है। उत्थे ਜਿਹੜਾ निशान सर्कल बन जाता है ना, ਇਹਨੂੰ शरण कहते हैं कि वो अपने पद चिन्हों पर चल रहा है, तेल निकल रहा है। ਜਦੋਂ ਇਹ वर्ड किसी वेले फ्रेज किया गया होना, ਤਾਂ ਉੱਥੋਂ ਇਹ ਗੱਲ ਬਣੀ ਕਿ ਜਦੋਂ ਸਾਰੀ ਸ੍ਰਿਸ਼ਟੀ ਵਿੱਚ, ਸਾਰੀ ਧਰਤੀ 'ਤੇ ਮੈਂ ਜਿੱਥੇ ਵੀ ਜਾਂਦਾ, ਜੇ ਮੈਂ ਸੱਚ ਦੇ ਪਦ ਚਿੰਨ੍ਹਾਂ 'ਤੇ ਟੁਰਦਾ ਹਾਂ ਤਾਂ ਮਾਨੋ ਮੈਂ ਰੱਬ ਜੀ ਦੀ ਸ਼ਰਨ ਵਿੱਚ ਹਾਂ। ਮੈਂ ਸਭ ਜਗ੍ਹਾ ਉਹਨੂੰ ਹਾਜ਼ਰ ਨਾਜ਼ਰ ਸਮਝਦਾ ਹਾਂ, ਸਭ ਜਗ੍ਹਾ ਮੇਰੇ ਨਾਲ ਅੰਦਰ ਮੌਜੂਦ, ਨੇੜਾ ਹੈ, ਦੂਰ ਨਹੀਂ ਰੇ। ਜਦੋਂ ਇਹ ਗੱਲ ਸਮਝ ਆਉਂਦੀ ਜਾਂਦੀ ਹੈ ਨਾ, ਤਾਂ ਫਿਰ ਪਤਾ ਕੀ ਹੋ ਜਾਂਦਾ ਹੈ, ਫਿਰ ਅਸੀਂ ਹਮੇਸ਼ਾ ਸ਼ਰਨ ਵਿੱਚ ਰਹਿੰਦੇ ਹਾਂ। ਅਸੀਂ ਕੋਈ ਚਾਰ ਦੀਵਾਰਾਂ ਨੂੰ ਸ਼ਰਨ ਸਮਝਦੇ ਸੀ, ਤਾਂ ਹੀ ਅਸੀਂ ਕਹਿੰਦੇ ਸੀ ਮੈਂ ਗੁਰਦੁਆਰੇ ਖੜੀ ਹਾਂ, ਮੈਂ ਜੇ ਝੂਠ ਬੋਲਾਂ, ਲਾਈਟ ਵੱਲ ਹੱਥ ਕਰਕੇ ਕਹਿ ਰਿਹਾ, ਖਾਣੇ ਦੇ ਭੋਜਨ ਉੱਤੇ ਹੱਥ ਰੱਖ ਕੇ ਕਹਿ ਰਿਹਾ, ਮੈਂ ਆਪਣੀ ਰੋਜ਼ੀ ਰੋਟੀ 'ਤੇ ਬੈਠਾ, ਉੱਥੇ ਹੈ, ਬਾਕੀ ਸਭ ਜਗ੍ਹਾ ਨਹੀਂ ਹੈ। नहीं, जो सब जगह एनीवेयर जिथे जाइए जगत में तिथे हर साईं समझ लिए ना मेरे नाल है, और मैं उसकी शरण ही चाह, मेरे अंदर है, मैनू देख रहा है। जो रब जी की शरण सब जगह मीनस सच दे पद चिन्हों ते जदों असीं टुरना शुरू करते हैं, असीं रब जी की शरण होंदे हैं। इनू कहते ने तां लभी दरबार, दरबार लभ गया। यू आर इन द दरबार, यू आर इन द शरण, यू आर इन द हाजरी ऑफ रब जी। ये समझ आया, तू सबनी थाई जिथे हो जाई, साचा सिरजनहार जियो। हुण मन जदों एक मिक हो गया, ये सच्चा सिरजनहार बन गया, ये मेरी सार करता है, ये मेरे चंगे गुण मैनू देंदा है, चंगे गुणां नू संभाल के रखता है। मेरिया अखां नू कहंदा है, ये नेत्रो मेरे हर तुम में जो तरी हर बिनवर न देखो कोई। हर किसी में कट कट में हरजू देखना है, सबे कट राम बोला देखना है, वी ऑल आर चिल्ड्रन ऑफ गॉड देखना है, एक पिता एक स्किम बारक देखना है। अखां नाल जदों इंज देखना शुरू किया, मेड़ तेर खत्म। कन्नां नाल ना निंदा सुननी है, ना निंदा करनी है जुबान नाल, बस सारे अंगां नू फिक्सअप करता जाता, सारे अंदर दे जी जंत सारे शरण ही आ जाते हैं। सारे मेरे अंदर दा कुत्ता बिल्ली सप जितने मेरे ट्रेट्स ने, जितने भी गधा खोता वाले सारे शब्द पढ़िया सी, नवा जन्म राजा राम काकरी आंबरे पकाए, सारे मेरे जितने जी जंत ने ना, ये मन राजा जदों सच के तखत ते बैठ गया ना, यदी शरण ही आ जाते हैं, सारिया की सार करता है। सारे कहते ने जी जंत सब शरण तुम्हारी, हम शरण प्रभ आए राम राजे, हम आपकी शरण में आ गए। अब आप संभाल करो, आप ही कंत हो, आप ही साईं हो, आप ही खसम हो। पहले झूठे थे, अब सच्चे हो गए हो, अब करो सानू सीधे राह पा लो। वरना असी दुखी रहते सी, इतनी मार पई कुरलाने तै कि दर्द ना तुहानू समझ नहीं सी आती। हुण तुसी सीधे राह पै गए हो, थैंक यू, शुक्र। सारे उत्थे आ जाते ने, फरीदा दुनी वजाई वजदी तू भी वजै नाल। तू पहला अवगुणा के कारण अवगुणा की ताल ते नचदा सी, हुण नहीं नचदा, हुण नहीं वजदा। हुण तेरा मन मंदरिया नहीं बजांदा, मेरा मन मांदरिया ना बजावै, फिर की हो जाता है, सोई जियो ना वजदा, फिर वो मन नहीं वजदा, फिर नैगेटिव ख्यालों की तालों ते नहीं नचदा। ख्यालों दियां तालों ते नचण नूं, ख्यालों दियां तालों ते जीण नूं गावै कहंदे ने। ख्यालों दियां तालों ते लगातार जिहड़ी धुन सवार रहिंदी है, उहनूं गाउणा कहंदे ने। हुण इहनूं सच दी धुन सवार हो गई है, सच दे नाल जुड़िया रहिंदा, धुन में ध्यान रहिंदा है। सोई जियो ना वजदा जिस अल्लाह करदा सार। ये रब्बी गुणा दे नाल लैके अंदर दी सृष्टि दा अल्लाह बन गया ते अपने सारे अंदर दी प्रतिपालना साजना करदा है। दुनी वजाई वरसी सोई जियो ना वजदा, इनू हुण सच दा आसरा प्राप्त है।
ਸੱਚ ਦੇ ਗੁਣਾਂ ਦੇ ਨਾਲ ਫੋਲੋ ਕਰਦਾ ਹੈ। ਉਹਨੂੰ ਕੱਲ ਅਸੀਂ ਸ਼ਲੋਕ ਆਇਆ ਸੀ, ਕਾਲੀ ਜਿਨੀ ਨਾ ਰਾਵਿਆ ਧੌਲੀ ਰਾਵੈ ਕੋਈ। ਉਹ ਕਾਲਖ ਦੇ ਅਗਿਆਨਤਾ ਵਾਲੇ ਇੱਕ ਵੀ ਖਿਆਲ ਨੂੰ ਜੀਂਦਾ ਹੀ ਨਹੀਂ ਹੈ, ਵਿਰਲਾ ਬਣ ਗਿਆ, ਇਕਮਿਕ ਹੋ ਗਿਆ। ਫੁਰਨੇ ਚੰਗੇ ਆਉਂਦੇ ਨੇ। ਸੋ ਅਸੀਂ 15 ਅਗਸਤ ਨੂੰ ਸੈਮੀਨਾਰ ਕੀਤਾ ਸੀ, ਡਿਵਾਈਨ ਮੈਕੈਨਿਜ਼ਮ ਆਫ ਹਿਊਮਨ ਬਾਡੀ। ਜਦੋਂ ਸੁਰਤ ਜਾਗ ਪਵੇ ਨਾ ਤਾਂ ਚੰਗੇ ਫੁਰਨੇ ਆਉਂਦੇ ਨੇ। ਪਹਿਲਾਂ ਜਾਗੀ ਹੋਈ ਨਹੀਂ ਸੀ ਤਾਂ ਚੰਗੇ ਬੰਦੇ ਆਉਂਦੇ ਸੀ, ਮਨ ਫੁਰਨਿਆਂ ਦਾ ਘਰ ਹੈ, ਇਕੱਠੇ ਕਰ ਲੈਂਦਾ ਸੀ। ਵੈਸੇ ਹੀ ਮੈਸੇਜਿਸ ਸਾਰੇ ਸੁਰਤ ਮਤ ਬੁੱਧ ਤੋਂ ਮਤ ਬੁੱਧ ਨੂੰ ਚਲੇ ਜਾਂਦੇ ਸੀ। ਮਤ ਬੁੱਧ ਮੇਰੇ ਬ੍ਰੇਨ ਨੂੰ ਆਰਡਰ ਕਰਦੀ ਸੀ, ਮੇਰੇ ਕੋਲ ਭੈੜੇ ਕਰਮ ਹੋ ਜਾਂਦੇ ਸੀ। ਹੁਣ ਜਦੋਂ ਸੁਰਤ ਜਾਗ ਪਈ ਹੈ, ਵਿਵੇਕ ਬੁੱਧੀ ਪ੍ਰਾਪਤ ਹੋ ਗਈ ਹੈ, ਮੈਸੇਜਿਸ ਓਨਲੀ ਪੋਜ਼ਿਟਿਵ, ਚੰਗੇ ਫੁਰਨੇ ਫੁਰਦੇ ਨੇ। ਮਨ ਫੁਰਨਿਆਂ ਦਾ ਘਰ ਹੈ, ਚੰਗੇ ਫੁਰਨੇ, ਕਿਉਂਕਿ ਹੁਣੇ ਸੋਈ ਜਿਉ ਨਾ ਵੱਜਦਾ, ਹੁਣੇ ਵੱਜਦਾ ਨਹੀਂ, ਹੁਣੇ ਉਸ ਤਾਲ 'ਤੇ ਨੱਚਦਾ ਨਹੀਂ ਹੈ। ਹੁਣ ਇਹਨੂੰ ਕੀ ਹੋ ਗਿਆ? ਅਗਲਾ ਸ਼ਲੋਕ ਸਾਡਾ ਆਇਆ, ਸ਼ਲੋਕ ਨੰਬਰ 111। ਸਾਡਾ ਟੌਪਿਕ ਵਿੱਚ ਮੈਂ ਬਹੁਤ ਰੀਕੈਪ ਬਾਰ-ਬਾਰ ਕਰ ਰਿਹਾ, ਬਹੁਤ ਸਾਰੇ ਐਗਜ਼ਾਮਪਲ ਬਾਰ-ਬਾਰ ਦੇ ਰਿਹਾ, ਲੇਕਿਨ ਛੇਤੀ ਬੋਲ ਰਿਹਾ, ਕਿਉਂਕਿ ਮੈਨੂੰ ਇਹ ਕਾਲ ਹੈ ਕਿ ਸਾਡਾ ਟੌਪਿਕ ਕੱਲ੍ਹ ਸਮਾਪਤ ਹੋਏਗਾ। ਕੱਲ੍ਹ ਤੱਕ ਪਹੁੰਚਣ ਵਾਸਤੇ ਮੈਨੂੰ ਸੁੱਤਿਆਂ ਤੋਂ ਦੇ ਉਠਾਲ ਸਮਝਣਾ ਹੈ। ਇਸ ਕਰਕੇ ਅੱਜ ਇਹ ਵਾਲਾ ਸ਼ਲੋਕ ਮੈਨੂੰ ਲੈਣਾ ਜ਼ਰੂਰੀ ਹੈ। ਮੇਰੇ 5 ਮਿੰਟ ਵਾਧੂ, 10 ਮਿੰਟ ਲੇਟ ਸ਼ੁਰੂ ਹੋਇਆ ਸੀ, ਮੈਂ 10 ਮਿੰਟ ਦੇ ਅੰਦਰ ਸਮਾਪਤੀ ਕਰਨ ਦੀ ਕੋਸ਼ਿਸ਼ ਕਰਦਾ। ਫਰੀਦਾ ਦਿਲ ਰਤਾ ਇਸ ਦੁਨੀ ਸਿਓ, ਦੁਨੀ ਨਾ ਕਿਤੇ ਕਮ। ਫਰੀਦਾ ਦਿਲ ਰਤਾ ਇਸ ਦੁਨੀ ਸਿਓ, ਦੁਨੀ ਨਾ ਕਿਤੇ ਕਮ। ਮਿਸਲ ਫਕੀਰਾਂ ਗਾਖੜੀ, ਸੋ ਪਾਈਐ ਪੂਰ ਕਰਮ। ਸੋ ਪਾਈਐ ਪੂਰ ਕਰਮ। ਫਰੀਦਾ ਪਿਛਲ ਰਾਹ, ਨਾ ਜਾਗਿਓ। ਅਗਲੇ ਸ਼ਲੋਕ ਵਿੱਚ ਮਹਿਲਾ ਪੰਜਵਾਂ 'ਚ ਦੱਸਦੇ ਨੇ, 111 ਨੰਬਰ ਸ਼ਲੋਕ ਹੈ। ਟੌਪਿਕ ਅਸੀਂ 107 ਤੋਂ ਸ਼ੁਰੂ ਕੀਤਾ, ਸਿੰਪਟਮਸ ਅਸੀਂ 105 ਤੋਂ ਸਮਝਣੇ ਸ਼ੁਰੂ ਕੀਤੇ ਨੇ। ਲੜੀਵਾਰ ਇੱਕ ਟੌਪਿਕ ਚੱਲ ਰਿਹਾ, 113 ਤੱਕ ਅਸੀਂ ਸਮਝਣਾ, ਕਿਉਂਕਿ ਉੱਥੇ ਆਏਗਾ ਇੱਕ ਜਾਗਨ ਦੇ ਨਾਲ ਹਨ, ਇੱਕ ਨਾ ਸੁੱਤਿਆਂ ਦੇ ਉਠਾਲ। ਅਤੇ ਉਹਦੇ ਅਰਥ ਅਸੀਂ, ਕਿਉਂਕਿ ਲੜੀਵਾਰ ਟੌਪਿਕ ਨੂੰ ਨਹੀਂ ਸਮਝਿਆ, ਇਸ ਕਰਕੇ ਅਸੀਂ ਉਹਦੇ ਅਰਥ ਇਹ ਕੱਢਦੇ ਰਹਿ ਗਏ। ਇੱਕ ਜਾਗਨ ਦੇ ਨਾਲ ਹੈ, ਜਿਹੜੇ ਜਾਗ ਰਹੇ ਸੀ ਉਹ ਨਾਂ ਨਹੀਂ ਲੈਂਦੇ ਨੇ ਰੱਬ ਦਾ, ਉਹ ਸੌਂ ਜਾਂਦੇ ਨੇ। ਲੋ ਫਿਰ ਜਾਗਣ ਦਾ ਕੀ ਫਾਇਦਾ ਹੋਇਆ? ਟੌਪਿਕ ਬੜਾ ਕੀਮਤੀ ਹੈ, ਬੜਾ ਬਾਰੀਕ ਹੈ, ਬੜੇ ਧਿਆਨ ਨਾਲ ਸਮਝਣਾ। ਇੱਕ ਜਾਗਨ ਦੇ ਨਾਂ ਲੈਣ, ਉਹ ਕੀ ਨਹੀਂ ਲੈਂਦੇ ਨੇ? ਅਵਗੁਣੀ ਖਿਆਲ ਨਹੀਂ ਲੈਂਦੇ ਨੇ। ਜਿਹੜੇ ਜਾਗ ਪੈਂਦੇ ਨੇ, ਦੇ ਡੋਂਟ ਫੋਲੋ ਨੈਗੇਟਿਵਸ। ਮੈਂ ਆਪਣੀ ਸੱਸ ਦੇ ਕੋਲ ਰਹਿੰਦੀ ਹਾਂ, ਮੈਂ ਨਿਮਰਤਾ ਨਾਲ ਉਹਦਾ ਕੰਮ ਕਰਦੀ ਹਾਂ, ਮੈਂ ਉਹਦੀ ਸੇਵਾ ਕਰਦੀ ਹਾਂ, ਮੇਰੀ ਸੱਸ ਮੈਨੂੰ ਪਿਆਰ ਕਰਦੀ ਹੈ। ਪਰ ਮੇਰੀ ਭਰਜਾਈ ਜਾਂ ਮੇਰੀ ਸਹੇਲੀਆਂ ਜਾਂ ਮੇਰੀਆਂ ਭੈਣਾਂ ਕਹਿੰਦੀਆਂ, ਉਹ ਬਹੁਤਾ ਸੱਸ ਕੋਲ ਨਾ ਬੈਠਿਆ ਕਰ, ਭੈੜਾ ਖਿਆਲ ਲੈ ਲਿਆ, ਆਈ ਆ ਸੱਸ ਕੋਲੋਂ ਮੂੰਹ ਫੇਰ ਲਿਆ। ਇੰਝ ਹੀ ਅਸੀਂ ਆਪਣੇ ਸਪਾਊਸ ਦੇ ਨਾਲ, ਬੱਚਿਆਂ ਦੇ ਨਾਲ, ਸਾਰੀ ਦੁਨੀਆ ਵਿੱਚ ਅਸੀਂ ਇੰਝ ਹੀ ਕਰਦੇ ਹਾਂ। ਅਮਰੀਕਾ ਕਈ ਵਾਰੀ ਸੁਣਿਆ, ਬੱਚੇ ਇੱਕ ਦੂਜੇ ਨੂੰ ਕਹਿੰਦੇ ਨੇ, ਓਏ ਪਾਪਾ ਮੰਮੀ ਕੇ ਪਾਸ ਮਤ ਬੈਠਾ ਕਰੋ। ਭਾਵੇਂ ਇੰਗਲਿਸ਼ ਬੋਲਦੇ ਨੇ, ਅਮਰੀਕਨ ਸਟਾਈਲ, ਡੋਂਟ ਸਿਟ ਵਿਦ ਯੂਰ ਪੇਰੈਂਟਸ, ਦੇ ਆਰ ਫਰੋਮ ਇੰਡੀਆ, ਦੇ ਆਰ ਬੈਕਵਰਡ, ਡੋਂਟ ਸਿਟ ਵਿਦ ਦੈਮ। ਅੱਛਾ ਜੀ, ਠੀਕ ਹੈ, ਡੋਂਟ ਸਿਟ ਵਿਦ ਦੈਮ। ਲੇਕਿਨ ਉਹ ਬੈਕਵਰਡ ਸਮਝਦੇ ਨੇ, ਔਰ ਉਹ ਸਮਝ ਰਹੇ ਹੁੰਦੇ ਨੇ ਮੈਨੂੰ ਜ਼ਿਆਦਾ ਅਕਲ ਹੈ, ਮੈਨੂੰ ਜ਼ਿਆਦਾ ਸਮਝ ਹੈ। ਸੋ ਦਿਲ ਰੱਤਾ ਇਸ ਦੁਨੀ ਸਿਓ ਵਾਲੇ ਸ਼ਲੋਕ ਨੂੰ ਸਮਝਣ ਵਾਸਤੇ ਅਸੀਂ ਸਿੰਪਟਮ ਸਮਝਦੇ ਹੋਏ ਇੱਥੇ ਤੱਕ ਆਏ। ਸੋਲੂਸ਼ਨ ਸਮਝਾਈ ਜਾ ਰਹੇ ਨੇ,
और एक जागंदे ना लहन नूं समझण वास्ते सानू इतना टॉपिक समझना पिया। सारा पॉजिटिव है, जेड़े जाग पैंदे ने वो किसी होर कोलों मंदा ख्याल नहीं लैंदे ने, बाहरों किधरों भी कोई भी भैड़ा ख्याल नहीं लैंदे ने, कोई भी मंदे राह पाए ओदी नहीं सुनते ने। जदों नहीं सुनते ने इनू जागना कहते हैं। एक जागंदे ना लहन, की ना लहन? मंदे ख्याल। दे डोंट बोरो, दे डोंट लिसन, दे डोंट टॉक अबाउट दैट। मन्नै जम के साथ ना जाए, मन्नै मग ना चलै पंथ, जमदे पंथ ते मंदे ख्यालों के पंथ ते नहीं टुरदे ने, लैंदे ही नहीं ने, जाग पे ने। एक जागंदे ना लहन, बल्कि जेड़े सच दे दरबार अंदर एंटर हो जाते हैं, एक ना सुतियां दे उठाल। पूरा पॉजिटिव है। किस तरह बनिया? जदों मन जाग पिया। फिर वो दुनिया रंग ना आवे नेड़े। फिर ये जेड़े अंगां दे रंग ने ना, इन्हां रंगां दे कारण जिहड़ी उन्हों मंदे ख्याल आते ने ना, उन्हों माया कहते हैं। मंदे ख्यालों नूं माया कहते हैं, बाहरली किसी चीज़ नूं माया नहीं कहते हैं। जदों उन्हों हर गल चों उहदे पिछे जिहड़ा नैगेटिव है वो वाली गल समझ आ जाती है, उन्होंने कहते हैं रंगी रंगी भांति कर कर जिनसी। हर आसपैक्ट के पिछे जिहड़ा नैगेटिव रंग है ना, उन्होंने समझ आ जाता है। माया जी नूं पाई, जिहड़ी मन ने मंदे ख्यालों की माया पैदा की हुई है, रब जी ने कोई माया नहीं बनाई है। ये सानू बिल्कुल भारी भुलेखा है कि रब ने माया बनाई है। कोई रब ने माया नहीं बनाई है। मेरे मन ने मंदे ख्यालों की जिहड़ी सोच बनाई है ना, हाउ इट लुक्स एट, हाउ इट इंपोजिज ऑन दैट। जिहड़ी चीज़ तकदा है, जिहड़ी प्रॉब्लम होंदी है, जिहड़ी जिंदगी की टास्क होंदी है, उन्होंने तकदा किस तरह है, उहदे ते इंपोज की करता है, इहदा परसैप्शन की है, मेरे मुताबिक तो ये ऐसे है। वो नैगेटिव जिहड़ी इहदी थॉट ना, उन्होंने माया कहते हैं। इहदे मन दे कारण जिहड़े मंदे ख्याल आंदे सी ना, उन्हां दे बारे सुचेत हो गया। वो रंगां दी ना सारी जिन्नियां भांतियां सी ना, काइंड सी ना, सारियां नूं समझ जांदा है। दिल रत्ता इस दुनी स्यों, जदों सी तां सुत्ता सी तां मोया सी। उहदा पहला सिम्पटम दसे ने, फरीदा दिल रत्ता इस दुनी स्यों, दुनी ना किते कम। तू शरीर दे तल ते जींदा रहिंदा है, तू अपने शरीर दे अंगां नूं ही सवारदा रह जाना है, तू अपने बॉडी कॉन्शियस लैवल तक ही रहना है। बॉडी कॉन्शियस लैवल ते असी आंदे आ गुरुद्वारे, मत्था टेक के चले जाते हैं, फिर के चले जाते हैं, पैसे रख के चले जाते हैं, चौर करके चले जाते हैं, रुमाला चाड़ के चले जाते हैं, नगर कीर्तन ही चले जाते हैं, 101 अखंड पाठ ही चले जाते हैं, कीर्तन दरबार चले जाते हैं। लेकिन सिखते समझते कुछ नहीं, क्योंकि साडे जीवन अंदर चेंज तो मैं चाहता ही नहीं हाँ। आई डोंट वांट टू। क्यों? क्योंकि मैं तो फिक्स अप ही हाँ, मैं तो सियाणा ही हाँ। सो दिल रत्ता इस दुनी से, तेरा मन जदों शरीरक तल ते मंदे ख्यालों के नाल जुड़िया होया ना, इनू दिल रत्ता इस दुनी से कहते हैं। ये वास्ते एक पौड़ी जिहड़ी बड़ी पॉपुलर है, कप्पड़ रूप सुहावना छड़ दुनिया अंदर जावना। ये अर्थ असीं यही समझते रहंदे सी कि यह सारा कुछ इत्थे छोड़ के जाना पेगा। हुण साडे चों कोई भी कोविड वेले तैयार थोड़ा ना सी, लो जी मैं मरने को तैयार हूँ, मैं जा रहा हूँ। कित्थे छोड़ के नहीं जाना। कप्पड़ रूप सुहावना तेरी जिंदगी दा हो सकता है। तू मंदे ख्यालों की दुनिया छड़ दुनिया की कर, अंदर जावना, अंदर जाना सीख। अंदर दरबार है, अंदर शरण है, अंदर रब जी रहिंदे ने। तैनू अपनी इंट्रोस्पैक्शन आ जाएगी, तैनू अपनी गिरबानी झांकना आ जाएगा, तैनू दूजिਆਂ ਦੇ नुक्स कड्ढण ਦੀ बजाय अपने बारे ध्यान सारा पै जाएगा। दिल रत्ता इस दुनी से दुनी ना किते कम, तू पाल ला अपने शरीर में जिन्ना मर्जी। बुढ़ा हुआ शेख फरीद कंबन लगी दे, जे 100 वरियां भी जीवना भी तां नो सीखे। जे तू अज कोविड तो बच गया तो की होया? तू ए जिहड़ी 100 वरे जीण दी तेरे दिमाग अंदर गलतफहमी है ना, इट वोंट वर्क, क्योंकि तेरा मन हुणे ही बुढ़ा हो गया। बुढ़ा हुआ शेख फरीद, शरीर तन की गल नहीं चल रही। बुढ़ा जदों कन्फ्यूज होइए, उन्होंने कहते हैं सिर कंपिओ, पग डगमग है, सीधे राह टुरदा नहीं है, सिर कंपिओ कन्फ्यूज है, पग डगमग है, नैन ज्योतिहीन, कोई विजन ही नहीं है, कोई इंसाइट ही नहीं है, कोई देखण दी अक्ल ही नहीं है। मन मायाधारी होया है, अत अन्ना बोला होया है, देखण दी अक्ल ही नहीं है।
इस तरीके दे नाल कहंदे ने दिल रत्ता इस दुनी सियों दुनी ना किते कम। शरीर तल ते ना जीवी, मंदे ख्यालों के तल ते ना जीवी, सैल्फिश हो जाएगा, खुदगर्ज हो जाएगा, दूजिया वास्ते जीना भूल जाएगा, तेर मेर करेगा, खोआ मोई करेगा, अपने सुख हरामा वास्ते करेगा। जितना असी अपने सुख हरामा में फसते जा रहे हैं उतना साडा इमोशनल कोशंट खत्म होता जा रहा। असी कहते पापा मम्मी सबसे पहले मेरी बात करो, मेरा खाने का इंतज़ाम, मेरे कपड़े, मेरा ये, मेरा सुख, सारा बिल्कुल टोटल इमोशनलेस हो ही जा रहा। टुडे वी डोंट केयर मम्मी पापा एट ऑल, वी डोंट केयर अपने ग्रैंड पेरेंट्स एट ऑल, वी डोंट केयर अवर स्पाउस एट ऑल, वी डोंट केयर अपने बच्चे एट ऑल। असी सारा कुछ बिल्कुल इमोशनल कोशंट तो जीरो ही होंदे जा रहे हैं। साडे अंदर चंगे कैमिकल प्रोड्यूस ही नहीं हो रहे, सेक्रीट ही नहीं हो रहे ने, क्योंकि इमोशन ही मारे गए ने। हुण अल्टीमेटली तो असी रोबोट हो ही जा रहे हैं ना, सारे घर बैठे हुए ने, सारे अपने अपने सैलफोन पर लगे हुए ने, इमोशन लैस हो जा रहे हैं, रोबोट हो जा रहे हैं, मशीन बनी जा रहे हैं, जज्बात खत्म होते जा रहे हैं, विचार करनी खत्म होती जा रही है। जो बच्चा निक्का जिहा बच्चा वो को फोन खिंच लो, वो लड़ना शुरू कर दिंदा, रोना शुरू कर दिंदा, फोन दो। मेरी भी यही आदत है, मैं भी घर बैठता हर 5 मिनट बाद बाथरूम गया फ़ोन नाल लैके गया, सीट ते बैठा फ़ोन सामने रखिया, बाहर आया फिर फ़ोन तौलिए नाल पूंज रहा, फोन वाल देख रहा, जूड़ा कर रहा, कंगी कर रहा, फ़ोन वाल देख रहा। फिर मैं बाहर गया, बीजी ने बुलाया, घर बाहर जाना पिया, जाके मैं फिर अंदर फिर फटाफट फ़ोन लगाया, कोई आ तो नहीं गया, व्हाट्सएप तो नहीं आ गया, बहुत इंपॉर्टेंट काम चल रहे हैं, सारे असी रोबोट बन गया। ये पता की हो रहा है, विचार करना खत्म हो रहा है, इंट्रोस्पेक्शन खत्म होती जा रही है, सब कुछ देखे जा रहा है। अभी बड़ा अच्छा मैसेज है, चलो फॉरवर्ड, मैंने थोड़ा ना जीना है, फॉरवर्ड करो, बड़ा अच्छा मैसेज है, बस फॉरवर्ड किते, डिलीट किते, व्यूज़ देखे, थंब दिखाया, गलबात। विचार सतगुरु नो सबको देखता जेता जगह संसार डिठे मुकत ना भी, जिचर शब्द ना करे विचार। माई गॉड, मैं तो विचार ही छोड़ दिए, शब्द विचार दे बहुत दूर की गल है। आई डोंट वांट टू डिस्कस एनी मोर, विचार ही खत्म हो गई, इमोशंस ही खत्म हो गए, समझते ही नहीं पे कित्थे जा रहे हाँ, टोटली लॉस्ट। निक्के बच्चे नूं फोन छुड़ाना औखा नहीं हो रहा, मैनू भी छुड़ाना औखा हो रहा। आई एम फुली एडिक्टेड, मनु मीन इनू कहते ने नशा हो गया। दिल रत्ता इस दुनी से दुनी ना किते कम। तेरे मंदे ख्यालों के कारण तू सो जाता, तेरी रात बीतती है, तू मोए के बराबर होता है। मिसल फकीरा गाखड़ी, मिसल की होता है, तेनू फकीरी प्राप्त हो सकती है। मिसल की होता है, फकीरी का स्टेटस। मिसल फकीरा गाखड़ी जेड़ी औखी कीती हुई सी ना, वो किस तरह कीती हुई सी? असी फरीद जी दे श्लोक जदों शुरू कीते सी, दूजा नंबर श्लोक आया सी, दर दरवेशी, केड़ा दर? गुरुद्वारे जान दा ए दर, दर दरवेशी गाखड़ी। गाखड़ी मीन्स मुश्किल, इंपॉसिबल हो गई। ताई तो जो चंगे गुणा के नाल टुरन की गल होंदी है ना, असी हमेशा कहते वीर जी है तो अच्छे पर डिफिकल्ट है, इट इज़ वेरी टफ, इट इज़ इंपॉसिबल। कोई लखा करोड़ा चो करता होएगा, पता नहीं वीर जी कोई जींदा भी है कि नहीं जींदा। असी अपनी जान छुड़ा लेंगे, फिर कहते सतगुरु जी जाना उन्होंने दी बाणी हो, असी तो दुनियावी जीव है ना। इस तरीके नाल एस्केप कर करके अपनी छुट्टी ले जाते हैं। फरीदा ए जिहड़ी तू गाखड़ी बनाई हुई सी ना, पता है किस तरह बनी सी? दर दरवेशी, दर के अंदर जाने का वेश धारण करना मुश्किल हो गया। दर दरवेशी गाखड़ी कदों? चलना दुनिया पत। जो जिस तरीके ना सारी दुनिया जीती है, वही ख्याल मेरे ने, वही ख्याल मुताबिक मैं चलना। दुनिया की पत मतलब दुनिया की भांति, द वे पीपल एक्ट, मैं भी वैसे ही करता हूं। आज लखा करोड़ों नहीं, एवरी थर्ड पर्सन नहीं, एवरी पर्सन पूछो ना, तुम अपने मम्मी पापा नाल रहंदे हो? नहीं, ब्याह तो पहले ही मेरी वाइफ कह रही थी भी देखो हम लव मैरिज करा रहे हैं, शादी कराएंगे, पापा मम्मी के साथ नहीं रहना। सो सारे टूटते जा रहे हैं। मिसल फकीरा दर दरवेशी तेनू प्राप्त हो सकती है, पर होया की है? दर दरवेशी गाखड़ी, चलना दुनिया पत।
ਬੰਨ ਉਠਾਈ ਪੋਟਲੀ, ਔਗੁਣਾ ਦੀ ਪੋਟਲੀ ਸਿਰ ਤੇ ਬਨੇ, ਕਿੱਥੇ ਵੰਜਾ ਘੱਤ। ਮੈਨੂੰ ਨਿਜ ਘਰ ਦੇ ਅੰਦਰ ਜਾਣਾ ਹੈ। ਨਿਜ ਘਰ ਦੀ ਉਹ ਗਾਖੜੀ ਬਣਾਈ ਹੋਈ ਸੀ, ਮੁਸ਼ਕਿਲ ਬਣਾਈ ਹੋਈ ਸੀ, ਇੰਪੋਸੀਬਲ ਬਣਾਈ ਹੋਈ ਸੀ, ਡਿਫਿਕਲਟ ਬਣਾਈ ਹੋਈ ਸੀ। नो इट्स वेरी ईजी। मिसल फकीरा गाखड़ी प्राप्त हो सकती है। सो पाइए पूर करम। जे निज कर अंतर आत्मे च वसते रब जी दी गल दे फलसफे नू, करम नू फलसफे नू, नदर नू, करम नू, फिलोसफी नू सुन लवो, जी लवो, उस मुताबिक पवो ना, तां फिर ये प्राप्त हो जाती है। मिसल फकीरा गाखड़ी सो पाइए पूर करम, प्राप्त हो गई। ਰੀਅਲ ਜਾਚਕ बनना पैंदा है, ਰੀਅਲ मंगता बनना पैंदा है। हम ਭੀਖਕ ਭਿਖਾਰੀ ਤੇਰੇ ਤੂੰ ਨਿਜ ਪਤੈ ਦਾਤਾ, ਸੁਮਤ ਮੰਗਣੀ ਪੈਂਦੀ ਹੈ। ਉਹਦੇ ਨਾਲ ਜਦੋਂ ਮਨ ਸਰੀਰਕ ਚਸਕੇ ਦੀ ਦੁਨੀਆ ਦੇ ਨਾਲ ਰੱਤਾ ਹੋਇਆ ਸੀ ਤਾਂ ਮਰਦਾ ਸੀ, ਪਲ ਪਲ ਜੰਮ ਮਾਰਦੇ ਸੀ। ਹੁਣ ਇਹ ਸੱਚ ਨੂੰ ਫੋਲੋ ਕਰਦਾ ਹੈ। ਇਹਦਾ ਕਰਮੀ ਆਵੇ ਕੱਪੜਾ ਇਹਨੂੰ ਪ੍ਰਾਪਤ ਹੋ ਗਿਆ। ਨਦਰੀ ਮੁਖ ਦੁਆਰ, ਅੰਦਰ ਦਾ ਦਰ ਮਿਲ ਗਿਆ, ਮੁਖ ਦਾ ਦਰਵਾਜ਼ਾ ਖੁੱਲ ਗਿਆ, ਮੁਕਤੀ ਦਾ ਦਰ ਖੁੱਲ ਗਿਆ। ਇਹਨੂੰ ਜੀਵਤਿਆਂ ਜੀਵਨ ਮੁਕਤ ਕਹਿੰਦੇ ਨੇ। ਗੱਲ ਮੇਰੀ ਡਿਫਿਕਲਟ ਨਹੀਂ ਹੈ, ਮੈਨੂੰ ਪੁੱਟ ਅਪ ਕਰਨੀ ਨਹੀਂ ਆ ਰਹੀ ਹੈ, ਸੌਖੀ ਬਹੁਤ ਹੈ। ਅੰਦਰ ਦੀ ਗੱਲ ਚੱਲ ਰਹੀ ਹੈ, किसी तीरथ से जाण दी नहीं चल रही है, किसी खास दरबार से जाण दी नहीं चल रही है। अंदर दे दर दे अंदर दे राज दे सिंघासन ते बिठाण वास्ते मेरे मन नूं अल्लाह बनाया जा रहा है, बेपरवाह बनाया जा रहा है, विकास सिखाया जा रहा है, वेख्या विकसिया बेपरवाह बनाया जा रहा है। तो फिर इनू सच की मत नूं जदों फॉलो करते हैं, इनू करमी आवे कपड़ा कहते हैं। नदरी मुख दुआर, वरना मंदे ख्यालों के नाल तू पल पल मरदा, उन्होंने कहते हैं काया कपड़ टुक टुक होसी, तू पल पल मरदा है। पर जे सच की मत लै लवें तो मंदे ख्यालों का कपड़ कट्टिया जा सकता, काया कपड़ टुक टुक होसी, होर जूर सी मट का चेला बन सकते हैं। सारा श्लोक 111 तक समझाए ने सिम्पटम्स, और फिर आस्ता आस्ता सानू इत्थे तक लैके आए ने। कल असी अपना श्लोक नंबर 112 और 113 समझांगे। अज मैं समा अपना 1.5 घंटा लिया, एग्जैक्टली 1.5 घंटे के अंदर मेरा रब का शुक्र है कि इतना सारा इतना जल्दी जल्दी बोलने ते भी वी आर एबल टू डिस्कस कि साढ़े अज के श्लोक इत्थे तक लैके आए ने। तुसी सारे यूट्यूब ते देख रहे हो, जेड़े कल आ सकते होगे, तुसी सारे प्रताप नगर, तिलक नगर, अच्छा जी आ सकते हो, क्योंकि कल असी उत्थे अगले पहले पहरे फुल्लड़ा फल भी पच्छा रात तो टॉपिक नू समझांगे। वो इसका अगला श्लोक होएगा, तो सानू पूरा सैट समझ आएगा। मेरे मन सुत्ते नू जगा देंगे, मेरे मन मरे हुए नू हमेशा लिए जीवाल देंगे, मेरे मन नू हर जन तो हर बना देंगे, मेरे मन नू हर प्रभ बना देंगे, मेरे मन नू बीठल बना देंगे, मेरे मन नू ईश्वर बना देंगे, मेरे मन नू परमेश्वर बना देंगे, मेरे मन नू सृष्टि का करता सिरजनहार बना देंगे, मेरे मन नू मेरे अंदर दी सृष्टि का करता पुरख बना देंगे। पर जे सुत्ते नू जगाण तक असी पूरे टॉपिक नू ध्यान नाल सुनना चाहते हाँ, तां मैनू दस्या गया सी कि संगतां अते प्रबंधकां वल्लों अरेंज किया गया, जिस तरह कल साकेत अरेंज होया सी, यूट्यूब ते भी तुसी सारी दुनिया देख रहे हो, कि जेकर कोई क्वेश्चनस करना चाहता है तो जितना प्रबंधक सज्जन समा सानू देण वो इत्थे आ सकता है, वो क्वेश्चन करनगे। मैं आंसर करन दा गुरबाणी मुताबक जतन करांगा। हो सकता मेरा आंसर तुहानू सैटिस्फाई ना करे, हो सकता मेरा आंसर गलत भी होवे, हो सकता मेरे आंसर नाल तुसी कन्विंस भी ना होवो, क्योंकि मैनू जो समझ आ रहा है वो मैं सांझ करन दी कोशिश कर रहा। मैनू फाइनल नहीं समझ आ गए ने, मैं अल्टीमेट ट्रुथ बोलन दी अक्ल नहीं रखदा। बाणी चो जो समझ आ रहा है, सानू सब नू रब जी नाल इकमिकता सिखाई जा रही है, सुत्तियां उठाया जा रहा है। जब जागे तब सवेरा हमेशा वास्ते, शेख फरीदा पंथ समार सवेरा, मेरी जिंदगी हमेशा सवेर की जा रही है, हुण रहन गई, मंदे ख्यालों की रहन गई, मत दिन भी जाए, हुण ऐ नहीं जाएगा, इट वोंट गो नाउ। देख फरीदा जोथी है दाड़ी हुई पूर, अग्गा नेड़ा आया, अग्गा मतलब शरीरक डैथ का नहीं, रब्बी मिलन का वेला आ गया, अग्गा नेड़ा आया,
ਪਿੱਛਾ ਰਹਿ ਗਿਆ ਦੂਰ, ਉਹ ਔਗਣੀ ਖਿਆਲਾਂ ਦਾ ਰਸਤਾ ਖਤਮ, ਉਹ ਰਹਿਣ ਜਿਹੜੀ ਮੇਰੀ ਬੀਤ ਰਹੀ ਸੀ ਨਾ, ਦੈਟ ਇਜ਼ ਗੋਨ। ਆਓ ਆਈ ਵੋਂਟ ਫੋਲੋ ਐਨੀ ਮੋਰ ਨੈਗੇਟਿਵਸ। ਨੈਗੇਟਿਵ ਫੋਲੋ ਮੈਂ ਕਰਦਾ ਸੀ ਤਾਂ ਕੀ ਹੁੰਦਾ ਸੀ, ਰੱਬ ਵਿਸਰ ਜਾਂਦਾ ਸੀ। ਨੈਗੇਟਿਵ ਫੋਲੋ ਕਰਦਾ ਸੀ ਤਾਂ ਉਹਨੂੰ ਕੀ ਕਹਿੰਦੇ ਨੇ, ਹਰ ਬਿਸਰਤ ਤੇਰੇ ਗੁਣ ਗਲਿਆ। ਮੇਰੇ ਗੁਣ ਗਲ ਜਾਂਦੇ ਸੀ, ਮੈਂ ਮਰ ਜਾਂਦਾ ਸੀ। ਮੇਰੇ ਵਾਸਤੇ ਜ਼ਿੰਦਗੀ ਰਾਤ ਬਣੀ ਰਹਿੰਦੀ ਸੀ, ਹਨੇਰੀ ਰਾਤ ਬਣੀ ਰਹਿੰਦੀ ਸੀ। ਹੁਣ ਜਗਾਉਣਾ ਸਾਨੂੰ ਅਤੇ ਇਕਮਿਕਤਾ ਸਿਖਾਉਣੀ ਹੈ। ਸੋ ਆਓ ਅੱਜ ਦਾ ਟੌਪਿਕ ਮੈਂ ਇੱਥੇ ਪੌਜ਼ ਕਰਦਾ ਅਤੇ ਕੱਲ੍ਹ ਇੱਥੋਂ ਲੜੀ ਰੀਕੈਪ ਕਰਕੇ ਅੱਗੇ ਜੋੜਾਂਗੇ, ਤਾਂ ਆਪਣੇ ਜੀਵਨ ਦੇ 8 ਪੈਰ ਆਰਾਧੀਏ ਸਮਝਾਂਗੇ। ਆਓ ਜੀ, ਅੱਜ ਦਾ ਟੌਪਿਕ ਇੱਥੇ ਪੌਜ਼ ਕਰਦੇ ਹਾਂ। ਉਹ ਆਪਣੀ ਕਾਰ ਦੇ ਆਸ-ਪਾਸ ਤੋਂ ਜਿਹੜਾ ਗਲਤ ਕਾਰ ਚਲਾ ਜਾਏ, ਜਿਹੜਾ ਮੇਰੇ ਕੋਲ ਤੇਜ਼ ਚਲਾ ਕੇ ਚਲਾ ਜਾਏ, ਉਹਦੇ ਸ਼ੀਸ਼ੇ ਬੰਦ ਨੇ, ਏਅਰ ਕੰਡੀਸ਼ਨ ਔਨ ਹੈ, ਉਹਨੂੰ ਸੁਣਾਈ ਵੀ ਨਹੀਂ ਦੇ ਰਿਹਾ, ਫਿਰ ਵੀ ਇਹ ਉਹਦੇ ਬਾਰੇ ਕਮੈਂਟ ਪਾਸ ਕਰਦਾ ਹੈ ਨਾ, ਦੇਖੋ ਇਹਨੂੰ ਅਕਲ ਨਹੀਂ ਹੈ, ਕਾਰ ਚਲਾਉਣੀ ਨਹੀਂ ਆਉਂਦੀ, ਇਹਨੂੰ ਕਿਹਨੇ ਲਾਇਸੈਂਸ ਦੇ ਦਿੱਤਾ ਹੈ, ਪਤਾ ਨਹੀਂ ਕੀ ਹੈ ਯਾਰ, ਦਿਸ ਐਂਡ ਦੈਟ ਅਸੀਂ ਕਰਦੇ ਹਾਂ ਨਾ ਗੱਲਾਂ। ਉਸ ਵੇਲੇ ਆਪਣੀ ਕਾਰ ਕੀ ਗਲਤ ਚਲਾਉਣੀ ਸ਼ੁਰੂ ਕਰ ਦਿੰਦੇ ਹਾਂ। ਯੈਸ, ਅਸੀਂ ਹੌਂਕ ਵਜਾਉਣਾ ਸ਼ੁਰੂ ਕਰ ਦਿੰਦੇ ਹਾਂ, ਜ਼ੋਰ ਨਾਲ ਤੇਜ਼ ਨਾਲ ਚਲਾਉਂਦੇ ਹਾਂ, ਉਹਦੇ ਨਾਲ ਆਪਣੀ ਕਾਰ ਪੈਰਲਲ ਲਿਜਾ ਕੇ ਰੱਖਦੇ ਹਾਂ, ਸ਼ੀਸ਼ਾ ਥੱਲੇ ਉਤਾਰ ਕੇ ਉਹਨੂੰ ਘੂਰ ਕੇ ਅੱਖਾਂ ਨਾਲ ਦੇਖਦੇ ਹਾਂ। ਵਾਈ ਡਿਡ ਯੂ ਡਰਾਈਵ ਰੋਂਗ, ਚਲਾਣੀ ਨਹੀਂ ਆਤੀ, ਕਿਆ ਹੈ, ਕਿਧਰ ਹੈ ਧਿਆਨ, ਕਿਧਰ ਹੈ। ਅਸੀਂ ਹਮੇਸ਼ਾ ਸੋਚਦੇ ਹਾਂ ਮੈਨੂੰ ਕਾਰ ਠੀਕ ਚਲਾਣੀ ਆਉਂਦੀ ਹੈ, ਮੇਰੇ ਮਨ ਨੂੰ ਸੱਚੀ ਕਾਰ ਚਲਾਣੀ ਆਉਂਦੀ ਨਹੀਂ ਹੈ। ਜੇ ਮਨ ਨੂੰ ਸੱਚੀ ਕਾਰ ਚਲਾਣੀ ਆ ਜਾਏ ਤਾਂ ਸਾਰੇ ਅੰਗ ਕਹਿਣਗੇ ਮਨ ਜੀ ਜੋ ਤੁਧ ਭਾਵੈ ਸਾਈ ਭਲੀ ਕਾਰ। ਉਹ ਵਾਲੀ ਕਾਰ, ਉਹ ਵਾਲੀ ਜੀਵਨੀ, ਉਹ ਵਾਲਾ ਚਾਲ ਚਲਨ, ਉਹ ਵਾਲਾ ਸੁਭਾਅ ਭਲਾ ਹੈ। ਸੋ ਆਪਣੇ ਬਾਰੇ ਸਿੱਖ ਰਹੇ ਹਾਂ, ਆਪਣੇ ਬਾਰੇ ਸਮਝ ਰਹੇ ਹਾਂ ਜੀ। ਇਹ ਕੁਐਸਚਨ ਸੰਗਤ ਵਿੱਚੋਂ ਹੀ ਹੋਣੇ ਕਿਸੇ ਨੇ ਮੇਰੇ ਨਾਲ ਕੀਤਾ ਅਤੇ ਮੈਂ ਉਹ ਸ਼ਾਇਦ ਅੱਗੇ ਨਹੀਂ ਆਏ। ਅਤੇ ਇਹ ਕੁਐਸਚਨ ਐਵੇਂ ਕਿ ਅੱਗਾਂ ਅਸੀਂ ਹੁਣ ਤੱਕ ਕਹਿ ਰਹੇ ਕਿ ਗੁਰਬਾਣੀ ਨੂੰ ਅੱਗਾਂ ਮਤਲਬ ਕਿ ਆਪਣੇ ਫਿਊਚਰ ਬਾਰੇ ਸੋਚਦੇ ਆ ਰਹੇ ਸੀ, ਅਤੇ ਜਿਹੜਾ ਹੁਣ ਤੁਸੀਂ ਅੱਜ ਸ਼ਲੋਕ ਦੱਸਿਆ ਉਹ ਪਿਛਲੀ ਰਾਤ ਯਾਨੀ ਕਿ ਪੂਰਬਲੇ ਕਰਮ, ਪੂਰਬਲੇ ਵੀ ਸਰੀਰਕ ਜਨਮ ਤੋਂ ਪਹਿਲਾਂ, ਇਸੇ ਜਨਮ, ਇਸੇ ਜੀਵਨ, ਇਸ ਪਲ ਜਿਹੜੇ ਅਸੀਂ ਇਸ ਪਲ ਤੱਕ। ਅਤੇ ਹੁਣ ਇਹ ਉਹਨਾਂ ਨੂੰ ਇੱਕ ਅਗਲੀ ਅੱਗਾਂ ਵਾਲੀ ਗੱਲ ਵੀ ਸਮਝਾ ਦਿਓ ਕਿ ਅੱਗਾਂ ਕੀ ਹੈ ਗੁਰਬਾਣੀ ਦੀ। ਉਹ ਤੋਂ ਕਹਿ ਰਹੇ ਸੀ ਕਿ ਹਾਂਜੀ, ਅੱਗਾ ਦਾ ਮਤਲਬ ਅਸੀਂ ਸਰੀਰਕ ਡੈਥ ਨਹੀਂ, ਸਰੀਰਕ ਤਲ ਨੂੰ ਹੀ ਤੇ ਦੁਨੀ ਨਾਲ ਜੁੜਨਾ ਕਹਿੰਦੇ ਨਾ, ਦੁਨੀ ਵਜਾਈ ਵੱਜਦੀ। ਮੈਂ ਕਿਹਾ ਹੱਲੇ ਵੀ ਡਾਊਟਸ ਹੈ, ਥੋੜਾ ਹੋਰ ਇਹਨੂੰ ਐਕਸਪਲੇਨ ਕਰ ਦਿਓ ਕਿ ਮੁਕਤ ਕਿੰਝ ਹੋਣਾ ਤੇ ਸਾਡਾ ਪੂਰਬਲਾ ਪਲ ਕਿਹੜਾ ਤੇ ਅਗਲਾ ਪਲ ਕਿਹੜਾ। ਅੱਛਾ, ਅਸੀਂ ਪਹਿਲਾਂ ਇਸ ਨੂੰ ਸਮਝਣ ਤੋਂ ਪਹਿਲਾਂ ਕੁਝ ਟਰਮਸ ਨੂੰ ਕਲੀਅਰ ਕਰ ਲਈਏ। ਇਹ ਜਿਹੜੇ ਸਿੱਧੇ ਸਿੱਧੇ ਅੱਖਰ ਹੁੰਦੇ ਨੇ ਨਾ, ਉਹਨਾਂ ਦੇ ਸਿੱਧੇ ਸਿੱਧੇ ਮੀਨਿੰਗ ਨਹੀਂ ਹੁੰਦੇ ਨੇ, ਅਸੀਂ ਸਿੱਧੇ ਮੀਨਿੰਗ ਸਮਝ ਰਹੇ ਹੁੰਦੇ ਆ, ਇਸ ਕਰਕੇ ਅੱਗੇ ਦਾ ਮੈਨਾ ਅੱਗਾ ਸਮਝ ਲੈਂਦੇ ਹਾਂ। ਹੁਣ ਮੈਂ ਤੁਹਾਡੇ ਸਾਹਮਣੇ ਇੱਕ ਸ਼ਲੋਕ ਰੱਖਦਾ। ਫਰੀਦਾ ਕਬੀਰ ਜਾਂ ਦਿਨ ਹੋਮ ਹੁਆ, ਪਾਛੈ ਪਿਆ ਆਨੰਦ। ਪਾਛੈ ਦਾ ਮਤਲਬ ਪਾਸਟ ਹੁੰਦਾ ਹੈ, ਪਾਛੈ ਦਾ ਮਤਲਬ ਹੁੰਦਾ ਆਫਟਰਵਰਡਸ। ਜਿਸ ਦਿਨ ਮੈਂ ਆਪਣੀ ਹੋਮ ਵੱਲੋਂ ਮਰਿਆ ਨਾ, ਪਹਿਲਾਂ ਜੰਮ ਦੇ ਮੰਦੇ ਖਿਆਲਾਂ ਕਾਰਨ ਪਲ ਪਲ ਮਰਦਾ ਸੀ, ਉਹਨੂੰ ਮਨ ਕੀ ਮੱਤ ਕਹਿੰਦੇ ਨੇ। जहाँ दिन होम हुआ उसके बाद क्या हुआ, उसके आगे क्या हुआ, पाछा पे आनंद, पाछा हो गया। एक पढ़ते हैं शब्द आगे सुख मेरे मीता, पाछे आनंद प्रभ कीता। जे पाछे आनंद सी तो फिर पाछे सुख भी सी। इसका मतलब पाछे का मीना पाछे नहीं है, पाछे का मीना पास्ट नहीं है। आगे सुख मेरे मीता, ओए मेरे मन जी जो सच की मत लै लवो ना तो अगला पल सुखी हो जाता है। पाछे का मतलब उसके बाद, आफ्टरवर्ड्स, सच लेने के बाद, सच को जीने के बाद, पाछे आनंद प्रभ कीता, मन सुखी हो गया, आनंद विच आ गया। ए आगे पाछे, इहाँ उहाँ, इत्थे उत्थे, ये जितने अखर ने शरीरक डेथ तो बाद वाले, ऊपर वाले, परलोक वाले, सोकार्ड पैराडाइज वाले, स्वर्ग वाले, ऊपर बैठे भगवान, गॉड, खुदा, अल्लाह, वाहिगुरु के बारे में बात नहीं चल रही है।
ਇੱਥੇ ਮੇਰੇ ਜੀਵਨ ਵਿੱਚ ਇਸੇ ਪਲ ਨੂੰ ਇੱਥੇ ਤੱਕ ਜੀਣ ਨੂੰ ਪੂਰਬਲੇ ਕਰਮ ਕਹਿੰਦੇ ਨੇ। ਵੈਰੀ ਗੁੱਡ। ਪੂਰਬ ਕਮਾਇਆ ਕਹਿੰਦੇ ਨੇ, ਪੂਰਬ ਕਮਾਇਆ ਸੋ ਆਗਿਆ ਆਇਆ, ਦਿਨ ਰਾਤ ਕਮਾਇੜੋ ਸੋ ਆਇਓ ਮਾਥੈ ਕਹਿੰਦੇ ਨੇ। ਤੇ ਜਦੋਂ ਸੱਚ ਸਮਝ ਆ ਜਾਂਦਾ ਉਸ ਤੋਂ ਬਾਅਦ ਜਿਹੜਾ ਜੀਂਦੇ ਆ ਉਹਨੂੰ ਪਾਛੇ ਆਨੰਦ ਕਹਿੰਦੇ ਨੇ। ਇਸੇ ਜੀਵਨ ਦੀ ਗੱਲ ਚੱਲ ਰਹੀ ਹੈ। ਗੁਰਬਾਣੀ ਮਰਨ ਤੋਂ ਬਾਅਦ ਦੀ ਕੋਈ ਗੱਲ ਨਹੀਂ ਕਰਦੀ ਹੈ। ਗੁਰਬਾਣੀ ਜੀਂਦੇ ਜੀ ਦੀ ਹੁਣੇ ਗੱਲ ਕਰਦੀ ਹੈ। ਬਸ ਤੂੰ ਛੱਡ ਦੁਨੀਆ, ਕੱਪੜ ਰੂਪ ਸੁਹਾਵਣਾ ਛੱਡ ਦੁਨੀਆ, ਅੰਦਰ ਜਾਵਣਾ। ਅੰਦਰ ਜੋ ਹੀ ਜਾਏਗਾ ਮੰਦਾ ਚੰਗਾ ਆਪਣਾ ਆਪੇ ਹੀ ਕੀਤਾ ਪਾਵਣਾ, ਤੈਨੂੰ ਇਹ ਲੌ ਸਮਝ ਆ ਜਾਏਗਾ। ਹੁਕਮ ਕੀ ਹੈ? ਮਨ ਭਾਵਦੇ ਕਰਦਾ ਸੀ ਤਾਂ ਜ਼ਿੰਦਗੀ ਦਾ ਰਾਹ ਔਖਾ ਹੋ ਜਾਂਦਾ ਸੀ। ਰਾਹ ਪੀੜ ਹੈ, ਅੱਗੇ ਜਾਵਣਾ। ਕੋਈ ਮਰਨ ਤੋਂ ਬਾਅਦ ਕੋਈ ਨਰਕ ਜਾਵਾਂਗੇ ਸਵਰਗ ਜਾਵਾਂਗੇ, ਉੱਥੇ ਦੇ ਰਸਤੇ ਪੀੜੇ ਦੀ ਨਹੀਂ ਗੱਲ ਚੱਲ ਰਹੀ। ਜ਼ਰਾ ਜੀ ਮੇਰੀ ਮਰਜ਼ੀ ਮੁਤਾਬਕ ਕੁਝ ਨਹੀਂ ਹੁੰਦਾ, ਉਸੇ ਵੇਲੇ ਮੈਂ ਔਖਾ ਹੋ ਜਾਂਦਾ, ਮੇਰੀ ਤਿਉੜੀ ਚੜ੍ਹ ਜਾਂਦੀ, ਮੈਨੂੰ ਸਾਹ ਚੜ੍ਹ ਜਾਂਦਾ, ਮੇਰੀਆਂ ਅੱਖਾਂ ਇੰਝ ਹੋ ਜਾਂਦੀਆਂ, ਮੈਨੂੰ ਸਾਹ ਉੱਤੇ ਥੱਲੇ ਹੋਣਾ ਸ਼ੁਰੂ ਹੋ ਜਾਂਦਾ ਹੈ। ਔਰ ਫਿਰ ਮੈਂ ਪਤਾ ਹੀ ਕਰਦਾ, ਥਾਲੀ ਵਗਾ ਕੇ ਮਾਰਦਾ, ਮੈਂ ਨਹੀਂ ਰੋਟੀ ਖਾਂਦਾ, ਮੈਂ ਰੁੱਸ ਜਾਂਦਾ, ਮੈਂ ਘਰ ਦਾ ਬੂਹਾ ਜ਼ੋਰ ਦੀ ਮਾਰ ਕੇ ਬਾਹਰ ਚਲਾ ਜਾਂਦਾ, ਮੈਂ ਗੱਲ ਨਹੀਂ ਕਰਦਾ। ਇਹ ਕੀ ਹੋਇਆ? ਇਹ ਮੇਰਾ ਪ੍ਰੈਜ਼ੈਂਟ ਵਿੱਚ ਨਰਕ ਬਣਿਆ। ਹੇ ਕਾਮੰਗ ਨਰਕ ਵਿਸ਼ਰਾਮੰਗ, ਹੇ ਕਲ ਮੂਲ ਕ੍ਰੋਧੰਗ। ਸਾਰੇ ਮੇਰੇ ਜਿਹੜੇ ਜੀਂਦੇ ਜੀ ਵਾਲੇ ਟ੍ਰੇਟਸ ਨੇ ਨਾ, ਉਹਨਾਂ ਦੇ ਬਾਰੇ ਗੱਲ ਚੱਲਦੀ ਹੈ। ਉਹਨਾਂ ਤੋਂ ਹੀ ਮੁਕਤ ਕਰਾਉਣ ਦੀ ਇੱਥੇ ਹੀ ਅੱਜ ਮਿਲਾਵਾ ਸ਼ੇਖ ਫਰੀਦ ਟਾਕਮ ਕੁੰਜੜੀਆਂ ਮਨੋ ਮਚੰਦੜੀਆਂ ਜੇ ਛੱਡੇ ਤਾਂ ਅੱਜ ਹੀ ਮਿਲਾਵਾ ਹੁੰਦਾ ਹੈ। ਇਹਨੂੰ ਹੀ ਕਹਿੰਦੇ ਨੇ ਦੇਵ ਸੱਜਣ ਸੀਸਣਿਆ ਜੋ ਹੋਵੇ ਸਾਹਿਬ ਸਿਓ ਮਰਨੇ ਕੇ ਬਾਅਦ ਨਹੀਂ। ਸੋਇਲਾ ਸ਼ਬਦ ਸਾਰਾ ਅਸੀਂ ਡਿਸਕਸ ਕੀਤਾ ਸੀ, ਪੂਰੀ ਉਹਦੀ ਡਿਟੇਲ ਬਣੀ ਹੈ। ਸਾਡੀ ਪੁਸਤਕ ਹੈ ਜੀਵਨ ਜੱਜ ਦਾ ਖਜ਼ਾਨਾ ਵੋਲਿਊਮ 2, ਤੁਸੀਂ ਬਾਹਰ ਪੜ੍ਹ ਲੈਣਾ। ਜੀਂਦੇ ਜੀ ਰੱਬੀ ਕਮਿਕਤਾ ਦਾ ਸ਼ਬਦ ਹੈ। ਰਾਮਕਲੀ ਸੱਦ ਜੀਂਦੇ ਜੀ ਰੱਬੀ ਕਮਿਕਤਾ ਦਾ ਸ਼ਬਦ ਹੈ। ਜਦੋਂ ਮਨ ਮੋਰੀ ਪੁੱਤ ਸਨਮੁਖ ਹੁੰਦਾ ਤਾਂ ਇਹ ਰਾਮਕਲੀ ਸੱਦ ਡੈਥ ਤੋਂ ਬਾਅਦ ਬੰਦਿਆਂ ਦੇ ਵਾਸਤੇ ਪੜ੍ਹਨ ਵਾਸਤੇ ਨਹੀਂ ਹੈ, ਨਾ ਅਲਾਣੀਆਂ ਮਰਨ ਤੋਂ ਬਾਅਦ ਪੜ੍ਹਨ ਵਾਸਤੇ ਹੈ। ਪਰ ਅਸੀਂ ਉਹਨਾਂ ਨੂੰ ਕੰਪਾਰਟਮੈਂਟਲਾਈਜੇਸ਼ਨ ਕਰਕੇ ਵੱਖਰੇ ਵੱਖਰੇ ਇੰਸੀਡੈਂਟਸ 'ਤੇ, ਵੱਖਰੇ ਵੱਖਰੇ ਸੈਰੇਮਨੀਜ਼ 'ਤੇ, ਵੱਖਰੇ ਵੱਖਰੇ ਪ੍ਰੋਗਰਾਮਾਂ 'ਤੇ ਅਸੀਂ ਅਲੱਗ-ਅਲੱਗ ਸ਼ਬਦ ਰੱਖੇ ਹੋਏ ਨੇ। ਸ਼ਬਦ ਜੀਂਦੇ ਜੀ ਆਜ ਮਿਲਾਵਾ ਦਾ ਸੰਬਤ ਸਾਹ ਲਿਖਿਆ ਮਿਲਕਰ ਪਾਵੋ ਤੇਲ ਦਿਓ ਸੱਜਣ ਸਿਸਣੀਆਂ ਜੋ ਹੋਵੇ ਸਾਹਿਬ ਸਿਓ ਮੇਲ। ਸ਼ਰਤ ਕੀ रहेगी? ਤੂੰ ਸੱਦਾ ਉਹਦਾ ਸੁਣ ਲੈ। सद्दा नारा सिमरिए नानक से दे आवन। वो दिन आ ही जाते हैं, आ ही जाता है, आज ही आ सकता है, इसी पल आ सकता है। आज मिलावा शेख फरीद हो सकता है, पर तू अवगुणी अवगुणी ख्याल पकड़ना है। जिस वेले पकड़ना है एक घड़ी ना मिलते ता कल युग होता। सो आगे पाछे दे तुहानू शब्द दे गहराई विच जाना पेगा, विचार करनी पेगी। जो कहानियां सी मरण तो बाद दियां सुनियां ही आ उन्हां नू छड्ड के उन्होंने थोड़ी देर लिए पॉज करके, ठीक है। थैंक यू। माइक देखो ना। वाहिगुरु जी का खालसा वाहिगुरु जी की फतेह। आप जी शब्द जिसने पढ़ रहे सी तो एक शब्द का तुसां जिक्र किया भाणा कि किसी दे कोई गमी हो गई कुछ हो गया तो उन्होंने कहते नहीं भाणा। जो भी हुंदा है तो सब कुछ वो भाणे विच ही है। तो कोई गमी वेले इन्हूं खाली भाणा आखदे ने, कोई ब्याह शादी है कोई सुख है तो उन्होंने भाणा नहीं कहते। भाणा का मतलब जरा थोड़ा जा भाणा किनूं कहंदे ने समझा। ਜਦੋਂ मैं कहता मेरे पाने वो बंदा अज नहीं आएगा, मेरे पाने मतलब मेरी जाचे मेरे ख्याल नाल मेरी सोचने मुताबक है ना। इंज भाणा लफज जिहड़ा है वो सोचनी दे ढंग ते डिपेंड करता है। सो गुरमति जिस कॉन्सैप्ट है रब जी का भाणा, रब जी असी बनाए हुए आसमान ते बैठे हुए, गड़बड़ हो गई। गुरमति च रब कॉन्सैप्ट है, रब तेरे अंदर वसदा है। और रब का भाणा की है? इनर वॉइस इज गॉड्स वॉइस। अंदर रब जी वसदे ने, रब जी जिहड़ा सुनिया देंदे ने वो रब जी का भाणा है। रब जी सुनिया की देंदे ने? सीधे राह टुर।
चलत कत टेढ़े 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 टेढ़ा क्यों चलना है, सीधा टूर। पर मेरा मन कहता है मैं इस गल नूं नहीं मनदा, मैं टेढ़ा चलना है, मैं टेढ़ा चलन नूं पसंद करदा हूं। मेरे मन दा पाना, मेरे मन दी सोचनी दा ढंग, पर रब दा पाना, सतगुर दा पाना सच ते टुर। एंड वी इग्नोर द सच। द मूमेंट आई इग्नोर, यही टॉपिक है, मैं सो जाता। द मूमेंट आई इग्नोर, मैं शरीरक तल ते सींदा। ਉਹਨੂੰ ਕਹਿੰਦੇ ਨੇ ਜੇ ਤੇ ਰਸ शरीर के ते लगे दुख। मेरे पाने मन की मत दे पाने मैं दुखी हो जाना, सतगुर के पाने सुखी हो जाता। मन की मत त्यागो हरजन, हुक्म बूझ भाणा बूझ। सतगुर की मत का पैराडिम समझ, दवे सतगुर जी समझाते ने, रब जी समझाते ने, तेरे अंदर वसते ने, इनर वॉइस तेन आ रही है उस भाणे। मन की मत त्यागो अर्जन, हुक्म बूझ सुख पाई। अरे तू सुखी हो सकता है, अपने पाने चलता है तो दुखी होंगे। अपने पाने जो चल पाई विछड़ झूठा खावे। शब्द भी आंदा ना, तेरा भाणा मीठा लगे, पर हमेशा भाणे नूं नेगेटिव थॉट्स क्यों लोग लेंदे ने? लोगों को पूछना पेगा, मैं नहीं आंसर कर सकता। असी तो बाणी चो सीख रहे हैं। तो जो असी तेरा भाणा मीठा लागे करते हैं तो असी समझते हैं रब का भाणा सी ते रब ने कित्थे कुछ गलत हो गया और रब दे भाणे च हो गया तो ओ जी ओ बस जी बस तेरा भाणा मीठा लागे। असी यही करते रहते हैं अर्थ। तेरा भाणा मीठा लागे नूं जदों असी गहराई विच जांदे जावांगे, टॉपिक नूं इस तरह समझते जावांगे, जदों मेरा मन नीच घर दे अंदर दे महल दे अंदर स्थापित हो गया, हुण मन सतगुर दे भाणे अनुसार चलदा है, तां जिहड़ा सुनिया आंदा है सारे अंग सारे उसनूं मिठा करके मनदे ने। तेरा भाणा मीठा लागे क्यों? क्योंकि गुर मेरे संग सदा है, नाले सतगुर दी मत नाल लैके चल रहा। भाणा मिठा है हुण मीनस पैराडिम, means सोचनी दा टंग, means हुक्म, means the laws of nature, means the truthful living दे सच दे आइडियल्स ख्याल सुझाव मैसेजेस। ठीक है जी, थैंक यू। वाहिगुरू जी की फतेह। जी 2 मिनट साढ़े कोल हो रहा है। आया बहुत कुछ बोलते आया, कई पंक्तियां अशुद्ध बोलियां जांदियां, अधूरियां बोलियां जांदियां। कई बारी असी एग्जाम्पल देंदे आ, दूजे नूं चुभ जाता है। मेरी इंटेंशन किसी नूं चुभाण दी नहीं है। इस तरीके दे नाल अपने ते टुका टुका के समझ रहे हैं। साडा टॉपिक इक्को ही चल रहा है, पिछल रात किनू कहंदे ने, टर्म समझनी है। ना जागियो किनू कहंदे ने, वो टर्म समझनी है। सोए रही प्रभ खबर ना जानी, इनू सुत्या कहंदे ने। पिछल रात ना जागो, इस गुरबाणी चो टर्म समझते जावांगे। पिछल रात दा मैना समझी जावांगे, ना जाग्यो दा मैना समझी जावांगे। जे ते रब विसारिया दे बदले रब नूं याद रखना समझांगे। जे विसारिया सी तां रब ना विसरो, तू जीवंदड़ो मोयो सी, तू मरिया होया सी। जे तू रब दे भाणे विच भाव इकमिकता विच जीवन जिएगा तां तू सदीवी जीवन जिएगा, तां तू इटरनल जीवन जीवेगा। उन्होंने बार बार असी पंक्ति कोट की, एक बूंद गुर अमृत दीनो ता अटल अमर ना मुआ। तो चंगे गुणा दे चज अचार दे कारण पता क्यों जाता है? जे जुग चारे आरजा चंगे गुणा दी आरजा जियो ना, होर दसूनी होए वो वधदी जाती है। फिर चंगे गुणा दी वधदी जाती है, वो नैगेटिव अर्थ के बदले पॉजिटिव अर्थ जो असीं समझांगे। नवां खंडां विच जानी है, साडे सारे इंद्रे ज्ञान इंद्रे नौ द्वारे समझ क्लीयर हो जाता है। भुल्लां चुकां दी खिमा। वाहिगुरू जी का खालसा, वाहिगुरू जी की